ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। हे प्राणनाथ गोबिंद है, कृपा निधान जगत गुरु। हे संसार ताप हरण है, करुणा मैं सब दुख हरो। हे शरण जोग दयाल है, दीनानाथ मया करहो। शरीर स्वस्थ खीण समय, सिमरंत नानक राम दामोदर माधव है। सिख मत सब बुद्ध तुम्हारी, मंदिर छावा तेरे। तुझ बिन अवर न जाना मेरे साहिबा, गुण गावा नित तेरे। पतत पावन भगत वत्सल किरपा निधान, दसां पातशाहियां दी जोत। तखत चवर छतर दे मालक साहिब श्री गुरु ग्रंथ साहिब जी महाराज, सतगुरां दी पावन पवित्र हजूरी अंदर जुड़ बैठी गुरु रूप गुरु खालसा साध संगत जीओ। रसना करो पवित्र गज के आखो जी वाहिगुरु जी का खालसा वाहिगुरु जी की फतेह। सतगुरु सच्चे पातशाह गरीब नवाज अज तिन्हां दे दर तो वरो सोए होए महान परोपकारी ब्रह्म ज्ञानी तत्बेते धन बाबा बुढ़ा साहब जी का पवित्र दिहाड़ा, तिन्हां दी याद अते नाल नाल सेवा सिमरन दे पुंज महान परोपकारी ब्रह्म ज्ञानी संत ईशर सिंह जी महाराज राड़ा साहब वाले, तिन्हां महापुरखां दी याद नूं समर्पित ये महान गुरमत समागम बड़े प्रेम दे नाल अति सत्कारयोग निर्मल आत्मा गुरमुख प्यारे महापुरुष श्रीमान संत बाबा साधु सिंह जी, तिन्हां दी योग अगवाई दे विच आप सरबत संगतां दा सहयोग, जथेदार भाई साहब भाई सुखजीत सिंह जी अज बड़ी चढ़ती कला दे नाल ये महान समागम मनाए जा रहे ने। आओ इन्हां दे विच बाबाणियां कहानियां पुत सपुत करीन अपने वड्डियां दी गल करिए ते गल करन दे नाल नाल यतन करिए। अगली पंक्ति ये है, जे सतगुर भावै सो मन लैन। बबाणियां कहानियां ते सारी दुनिया ही करदी है आपदे वड्डे वडेरियां दियां, पर जिहदे उत्ते बहुती किरपा होवे रहमत होवे वो उहनूं मनदा है। ते मनण दा मतलब की है? अगली पंक्ति अद्धी पंक्ति च महाराज कहते सोई कर्म करेन, वो काम कर जेड़े बाबे करते सी, वड्डे वडेरे करते सी। ਆਪਾਂ ਇੱਕ ਪੰਕਤੀ ਪੜ੍ਹ ਲੈਂਦੇ ਆ ਜਦੋਂ ਕਿਸੇ ਬਜ਼ੁਰਗ ਦੀ ਮੌਤ ਹੁੰਦੀ ਆ
ਵੀ ਇਹਨੇ ਖੰਡ ਪਾਠ ਕਰਾਇਆ, ਜਲੇਬ ਚੰਗੇ ਕੱਢੇ, ਤੇ ਬੁਲਾਰਾ ਜਿਹੜਾ ਉਹ ਫੜ ਕੇ ਸਪੀਕਰ ਕਹਿੰਦਾ ਜੀ ਇਹ ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਵੀ ਇਹ ਸਪੁੱਤਰ ਆ, ਇਹ ਵੱਡਿਆਂ ਨੂੰ ਯਾਦ ਕਰਦਾ ਹੈ। ਮਹਾਰਾਜ ਕਹਿੰਦੇ ਸੱਜਣਾ ਯਾਦ ਕਰਨਾ ਨਹੀਂ ਕੁਝ ਬਣਨਾ, ਜੇ ਵੱਡਿਆਂ ਨੂੰ ਯਾਦ ਕਰਨਾ ਤੇ ਫਿਰ ਇੱਕ ਕੰਮ ਕਰ, ਜੇ ਸਤਿਗੁਰ ਭਾਵੈ ਸੋ ਮੰਨ ਲੈਣ, ਸੋਈ ਕਰਮ ਕਰੇਨ। ਉਹ ਕੰਮ ਕਰ ਜਿਹੜੇ ਬਜ਼ੁਰਗ ਮਹਾਂਪੁਰਖ ਕਰਦੇ ਰਹੇ ਨੇ, ਜਿਹੜੇ ਸ਼ਹੀਦ ਗੁਰਸਿੱਖ ਸੰਤ ਸਾਧੂ ਕਰਦੇ ਰਹੇ ਨੇ। ਆਓ ਕੁਝ ਵਿਸ਼ਾ ਸ਼ੁਰੂ ਕਰਨ ਦਾ ਯਤਨ ਕਰਾਂ। ਪਹਿਲਾਂ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਉਸਤਤ ਕਰਾਂ। ਸਾਡੇ ਇਤਿਹਾਸ ਦੇ ਸਭ ਤੋਂ ਵੱਡੇ ਕਵੀ ਹੋਏ ਨੇ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੂੰ ਖਿਤਾਬ ਦਿੱਤਾ ਗਿਆ ਚੂੜਾ ਮਣ। ਮੈਨੇ ਸਿਰ ਦਾ ਗਹਿਣਾ, ਇੱਕ ਗਹਿਣਾ ਹੁੰਦਾ ਜਿਹਨੂੰ ਸਿਰ ਤੇ ਲਾਇਆ ਜਾਂਦਾ ਹੈ, ਸਿਰ ਦਾ ਗਹਿਣਾ, ਸਿਰ ਦਾ ਤਾਜ। ਏਡਾ ਵੱਡਾ ਕੋਈ ਕਵੀ ਦੁਨੀਆ 'ਚ ਅਜੇ ਤੱਕ ਸਿੱਖਾਂ ਦੇ ਅੰਦਰ ਪੈਦਾ ਨਹੀਂ ਹੋਇਆ ਦੁਬਾਰਾ। ਉਹਨਾਂ ਨੇ ਜਦੋਂ ਸਭ ਤੋਂ ਵੱਡਾ ਆਪਣਾ ਗ੍ਰੰਥ ਲਿਖਣਾ ਸ਼ੁਰੂ ਕੀਤਾ ਤੇ ਗੁਰੂ ਅੰਗਦ ਦੇਵ ਸਾਹਿਬ ਦਾ ਜੀਵਨ ਲਿਖਣਾ ਸ਼ੁਰੂ ਕਰਨ ਲੱਗੇ, ਉਹਨਾਂ ਇੱਕ ਸਿੱਖ ਤੋਂ ਗੱਲ ਸ਼ੁਰੂ ਕੀਤੀ ਹੈ ਜਿਨ੍ਹਾਂ ਨੂੰ ਤੁਸੀਂ ਯਾਦ ਕਰ ਰਹੇ, ਧੰਨ ਬਾਬਾ ਬੁੱਢਾ ਸਾਹਿਬ ਜੀ। ਉਹ ਗੱਲ ਇੱਥੋਂ ਸ਼ੁਰੂ ਕਰਦੇ ਨੇ, ਉਹ ਕਹਿੰਦੇ ਨੇ ਗੁਰ ਸਿੱਖੀ ਕੋ ਅਬਦ ਅਪਾਰਾ। ਅਬਦ ਦਾ ਮਤਲਬ ਹੁੰਦਾ ਹੱਦ, ਜਿਵੇਂ ਪਾਕਿਸਤਾਨ ਦੀ ਹੱਦ ਹੈ, ਹਿੰਦੁਸਤਾਨ ਦੀ ਹੱਦ ਹੈ, ਤੁਹਾਡੀ ਜ਼ਮੀਨ ਦੀ ਹੱਦ ਹੋਵੇਗੀ ਵੀ ਇੰਨੀ ਸਾਡੀ ਹੈ। ਜੇ ਕੋਈ ਦੁਨੀਆ ਵਿੱਚ ਸਿੱਖੀ ਦੀ ਹੱਦ ਆ, ਮੈਨੇ ਇਹਦੇ ਤੋਂ ਵੱਡਾ ਕੋਈ ਸਿੱਖ ਨਹੀਂ ਹੋ ਸਕਦਾ। ਜੇ ਕੋਈ ਸਿੱਖੀ ਦੀ ਹੱਦ ਹੈ ਤੇ ਧੰਨ ਬਾਬਾ ਬੁੱਢਾ ਸਾਹਿਬ। ਉੱਥੇ ਬੜੇ ਸੋਹਣੇ ਦ੍ਰਿਸ਼ਟਾਂਤ ਦਿੱਤੇ ਨੇ, ਕਹਿੰਦੇ ਨੇ ਪਾਣੀ ਦੀ ਹੱਦ ਆ ਸਮੁੰਦਰ, ਤੇਜ ਦੀ ਹੱਦ ਆ ਸੂਰਜ, ਲਖਾਰੀ ਦੀ ਹੱਦ ਹੈ ਗਣੇਸ਼, ਕਿਲਿਆਂ ਦੀ ਹੱਦ ਆ ਲੰਕਾ ਰਾਵਣ ਦੀ। ਤੇ ਜੇ ਕੋਈ ਦੁਨੀਆ ਵਿੱਚ ਸਿੱਖਾਂ ਵਿੱਚ ਉਹ ਸਿੱਖੀ ਦੀ ਹੱਦ ਹੈ ਤੇ ਉਹ ਧੰਨ ਬਾਬਾ ਬੁੱਢਾ ਸਾਹਿਬ ਹੈ। ਇਹ ਤੋਂ ਵੱਧ ਕੋਈ ਸਿੱਖੀ ਨਹੀਂ ਆਪਣੀ ਜ਼ਿੰਦਗੀ 'ਚ ਕਮਾ ਸਕਦਾ। ਇਤਿਹਾਸ ਕਹਿੰਦਾ ਹੈ ਕਿ 6 ਗੁਰੂਆਂ ਤੱਕ ਉਹ ਰਹੇ ਨੇ ਤੇ ਅਗਲੇ ਸਤਿਗੁਰਾਂ ਦੇ ਉਹਨਾਂ ਨੇ ਸਾਹਿਬਜ਼ਾਦੇ ਦੇ ਰੂਪ ਦੇ ਵਿੱਚ ਦਰਸ਼ਨ ਕੀਤੇ ਨੇ। ਉਹ ਭਾਵੇਂ ਸ੍ਰੀ ਗੁਰੂ ਹਰਿਰਾਏ ਸਾਹਿਬ ਨੇ, ਉਹ ਭਾਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ। ਐਸੇ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੂੰ ਧਾਰਮਿਕ ਗ੍ਰੰਥਾਂ ਦੇ ਵਿੱਚ ਸਭ ਤੋਂ ਪਹਿਲਾਂ ਬ੍ਰਹਮ ਗਿਆਨੀ ਦੀ ਪਦਵੀ ਦਿੱਤੀ ਗਈ। ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ, ਕੁਝ ਖੋਜ ਕਰਨ ਵਾਲੇ ਸੱਜਣ ਕਹਿ ਦਿੰਦੇ ਸੰਤ ਸ਼ਬਦ ਆਉਂਦਾ ਨਹੀਂ, ਬ੍ਰਹਮ ਗਿਆਨੀ ਸ਼ਬਦ ਆਉਂਦਾ ਨਹੀਂ ਗ੍ਰੰਥਾਂ 'ਚ। ਇੱਥੋਂ ਪਤਾ ਲੱਗਦਾ ਉਹ ਪਹਿਲੀ ਕਿਤਾਬ ਵੀ ਨਹੀਂ ਪੜ੍ਹੇ ਗ੍ਰੰਥ ਦੀ। ਸਭ ਤੋਂ ਪਹਿਲਾ ਸੰਤ ਸ਼ਬਦ, ਭਾਈ ਸ਼ਬਦ ਤੇ ਬ੍ਰਹਮ ਗਿਆਨੀ ਸ਼ਬਦ ਜੇ ਇਤਿਹਾਸ ਦੇ ਗ੍ਰੰਥਾਂ 'ਚ ਕਿਸੇ ਵਾਸਤੇ ਆਇਆ ਤੇ ਉਹ ਬਾਬਾ ਬੁੱਢਾ ਸਾਹਿਬ। ਧੰਨ ਗੁਰੂ ਅਰਜਨ ਦੇਵ ਸਾਹਿਬ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਬੁੱਢੇ ਦੀ ਪਦਵੀ ਦਿੱਤੀ, ਜਿਹਨੂੰ ਆਪਾਂ ਬਾਬਾ ਕਹਿੰਦੇ। ਬੁੱਢਾ ਮੈਨੇ ਬਾਬਾ ਦਾਨਾ।
ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਭਾਈ ਦੀ ਪਦਵੀ ਦਿੱਤੀ ਤੇ ਇਤਿਹਾਸ ਦੇ ਲਿਖਣ ਵਾਲੇ ਸਰੋਤੇ, ਲਿਖਣ ਵਾਲੇ ਲਿਖਾਰੀ ਤੇ ਸੁਣਨ ਵਾਲੇ ਸਿੱਖਾਂ ਨੇ ਬ੍ਰਹਮ ਗਿਆਨੀ ਦੀ ਪਦਵੀ ਦਿੱਤੀ। ਹੈਰਾਨੀ ਦੀ ਗੱਲ ਇਹ ਹੈ, ਜਿੱਥੇ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਬਾਬੇ ਦੀ ਪਦਵੀ ਦਿੱਤੀ, ਉੱਥੇ ਸੰਤ ਸ਼ਬਦ ਵੀ ਇਸ ਸਿੱਖ ਵਾਸਤੇ ਵਰਤਿਆ। ਇੱਥੋਂ ਹਿਸਾਬ ਲਾ ਲਓ ਕਿ ਉਸ ਗੁਰਸਿੱਖ ਦੀ ਕਿੱਡੀ ਵੱਡੀ ਕਮਾਈ ਹੋਵੇਗੀ। ਨਾਲ ਨਾਲ ਆਪਾਂ ਯਾਦ ਕਰ ਰਹੇ ਹਾਂ ਰਾੜਾ ਸਾਹਿਬ ਸੰਪਰਦਾਇ ਦੇ ਬਾਨੀ, ਮੁਖੀ, ਨਾਮ ਰਸੀਏ ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ। ਇਹਨਾਂ ਤੇ ਮੈਂ ਆਉਣ ਦਾ ਯਤਨ ਕਰਾਂ। ਗੱਲ ਸ਼ੁਰੂ ਕਰਨ ਲੱਗਾ ਵਾਂ ਮੌਤ ਤੋਂ, ਪਹੁੰਚੂਗਾ ਮੈਂ ਇਹਨਾਂ ਤੇ। ਸਤਿਗੁਰੂ ਜੀ ਦੀ ਬਾਣੀ ਅੰਦਰ ਕਬੀਰ ਸਾਹਿਬ ਫਰਮਾਉਂਦੇ ਨੇ, ਉਹ ਕਹਿੰਦੇ ਸੱਜਣਾ, ਜਿੱਦਣ ਇਹ ਦਿਨ ਤੇਰੇ ਉੱਪਰ ਆਉਣਾ ਹੈ, ਨਾ ਤੇਰੇ ਕਿਸੇ ਸੱਜਣ ਨੇ ਸਾਥ ਦੇਣਾ ਹੈ, ਨਾ ਸਭ ਤੋਂ ਨੇੜੇ ਤੇ ਜਿਨ੍ਹਾਂ ਨੂੰ ਤੂੰ ਸਭ ਤੋਂ ਚਾਹੁੰਦਾ ਵਾ ਧੀਆਂ ਪੁੱਤਾਂ ਨੇ ਸਾਥ ਦੇਣਾ ਹੈ, ਤੇ ਸਭ ਤੋਂ ਵੱਧ ਜਿਹੜਾ ਤੇਰਾ ਅੱਧਾ ਸਰੀਰ ਘਰ ਵਾਲੀ ਮੰਨੀ ਜਾਂਦੀ ਹੈ, ਅੱਧਾ ਤੂੰ ਆ ਤੇ ਅੱਧਾ ਉਹ ਆ, ਦੋਵੇਂ ਅੱਧੇ ਸਰੀਰ ਨੇ ਤੇ ਬਣ ਕੇ ਜੁੜ ਕੇ ਦੋਵੇਂ ਪੂਰਨ ਹੁੰਦੇ ਨੇ। ਇਸ ਕਰਕੇ ਸੰਸਕ੍ਰਿਤ ਵਿੱਚ ਜਾਂ ਹਿੰਦੁਸਤਾਨ ਦੀ ਭਾਸ਼ਾ ਜਿਹਨੂੰ ਅਰਧੰਗਣੀ ਕਹਿੰਦੇ ਨੇ, ਅਰਧ ਅੰਗ, ਬੰਦੇ ਦਾ ਅੱਧਾ ਸਰੀਰ, ਸਭ ਕੁਝ ਹੀ ਅੱਧਾ। ਜੇ ਪਾਪ ਕਰੇ ਤੇ ਤਾਂ ਵੀ ਅੱਧਾ ਉਹਨੂੰ ਤੇ ਅੱਧਾ ਤੈਨੂੰ, ਜੇ ਪੁੰਨ ਕਰੇ, ਬੰਦਗੀ ਕਰੇ, ਉਹ ਭਾਵੇਂ ਕੱਖ ਨਾ ਕਰੇ, ਅੱਧੀ ਉਹਦੀ ਹੈ ਹੀ ਆ, ਜੋ ਮਰਜ਼ੀ ਕਰ ਲਾ। ਉਦੋਂ ਦਾ ਮੈਨੂੰ ਵੀ ਵੈਸੇ ਫਿਕਰ ਜਿਹਾ ਪੈ ਗਿਆ ਵੀ ਇਹ ਚੰਗਾ ਚੱਕਰ, ਜੋ ਵੀ ਹੈ ਅੱਧਾ ਹੀ ਹੈ। ਉਹਨੂੰ ਕਹਿ ਦਿੱਤਾ ਗ੍ਰੰਥਾਂ ਨੇ ਅਰਧੰਗਣੀ, ਤੇ ਗੁਰਬਾਣੀ ਨੇ ਆਖਿਆ ਅਰਧ ਸਰੀਰੀ। ਗੁਰਬਾਣੀ ਨੇ ਉਹਨੂੰ ਵਿਆਖਿਆ ਕੀਤੀ ਅਰਧ ਸਰੀਰੀ ਭਗਤਾਂ ਦੀ ਬਾਣੀ ਦੇ ਵਿੱਚ। ਨਾ ਤੇਰੇ ਅੱਧੇ ਸਰੀਰ ਨੇ ਤੇਰਾ ਸਾਥ ਦੇਣਾ ਹੈ। ਆਪਾਂ ਪੜ੍ਹਦੇ ਨਾ ਇੱਕ ਜਗ੍ਹਾ ਰਹਿਰਾ ਸਾਹਿਬ 'ਚ, ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਕੋਈ ਵੀ ਕਿਸੇ ਦਾ ਆਸਰਾ ਨਹੀਂ, ਕੋਈ ਵੀ ਕਿਸੇ ਦੀ ਧਿਰ ਨਹੀਂ ਆ ਇੱਥੇ। ਬਾਬਾ ਕਬੀਰ ਸਾਹਿਬ ਆਪਣੀ ਬਾਣੀ ਵਿੱਚ ਕਹਿੰਦੇ ਨੇ, ਮੌਤ ਆ ਸ਼ਿਕਾਰੀ, ਤੇ ਸ਼ਿਕਾਰੀ ਦਾ ਕੰਮ ਹੈ ਸ਼ਿਕਾਰ ਨੂੰ ਲੱਭਣਾ। ਮੌਤ ਸ਼ਿਕਾਰੀ ਬਣ ਕੇ ਆਪਣਾ ਸ਼ਿਕਾਰ ਲੱਭਦੀ ਪਈ ਹੈ, ਤੇ ਦਿਨਾਂ ਤੇ ਪਹਿਰ ਘੜੀਆਂ ਆਦਿਕ ਸਭ ਬੀਤਦੇ ਜਾ ਰਹੇ ਨੇ। ਪਵਿੱਤਰ ਬਚਨ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ ਆਵ ਘਟੈ। ਆਵ ਮੈਨੇ ਆਯੂ, ਉਮਰ। ਇਹ ਸਮੇਂ ਦੀ ਵੰਡ ਆ ਜੀ, ਇਕਾਈਆਂ ਵਾ ਸਮੇਂ ਦੀਆਂ। ਸਭ ਤੋਂ ਛੋਟਾ ਪਲ ਹੋਵੇਗਾ ਜਾਂ ਛਿਨ ਹੋਵੇਗਾ, ਪਲ ਤੋਂ ਬਾਅਦ ਕੀ ਆ ਜਾਏਗੀ, ਜਾਂ ਪਲ ਤੋਂ ਵੱਡਾ ਮਹੂਰਤ ਹੋਵੇਗਾ, ਉਹਦੇ ਬਾਅਦ ਕੀ ਆ ਜਾਵੇਗਾ। ਘੜੀਆਂ ਮੰਨ ਲਓ, ਉਹਦੇ ਬਾਅਦ ਪਹਿਰ ਮੰਨ ਲਓ, ਉਹਦੇ ਬਾਅਦ ਰਾਤ ਦਿਨ ਮੰਨ ਲਓ, ਉਹਦੇ ਬਾਅਦ 15 ਥਿੱਤਾਂ ਮੰਨ ਲਓ, 7 ਵਾਰ ਆ ਗਏ ਵਿੱਚ, ਰੁੱਤਾਂ ਮੰਨ ਲਓ। ਇਹ ਜਿੰਨੀਆਂ ਸਮੇਂ ਦੀਆਂ ਇਕਾਈਆਂ ਨੇ, ਗੁਰਬਾਣੀ ਨੇ ਨਾ ਇੱਕ ਇੱਕ ਤੋਂ ਸਿੱਖਿਆ ਦਿੱਤੀ। ਸਕਿੰਟ ਦੀ ਵੀ ਸਿੱਖਿਆ ਦਿੱਤੀ ਹੈ, ਘੜੀਆਂ ਦੀ ਵੀ ਸਿੱਖਿਆ ਦਿੱਤੀ ਹੈ,
ਪੈਰਾਂ ਦੀ ਵੀ ਸਿੱਖਿਆ ਦਿੱਤੀ। ਤੁਸੀਂ ਸ਼ਬਦ ਸੁਣਿਆ ਹੋਣਾ, ਚੌਥੇ ਪਹਿਰੇ ਰੈਣ ਕੇ ਵਣਜਾਰਿਆ ਮਿੱਤਰਾ। ਵੀ ਕਿਸੇ ਤਰ੍ਹਾਂ ਬੰਦੇ ਨੂੰ ਅਕਲ ਆ ਜੇ ਬਸ, ਭਾਵੇਂ ਉਹ ਸਕਿੰਟ ਤੋਂ ਸਿੱਖਿਆ ਲੈ ਲਾ, ਉਹ ਭਾਵੇਂ ਪਹਿਰ ਤੋਂ ਲੈ ਲਾ, ਦਿਨ ਤੋਂ ਲੈ ਲਾ। ਔਦ ਘਟੈ ਦਿਨ ਸਰੈਣਾ ਰੇ, ਮਨ ਗੁਰਮਿਲ ਕਾਜ ਸਵਾਰੇ। ਤਾਂ ਮਹਾਰਾਜ ਕਹਿੰਦੇ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਸੀਜੈ, ਕਾਲ ਅਹੇਰੀ। ਅਹੇਰੀ ਕਿਹਨੂੰ ਕਹਿੰਦੇ? ਸ਼ਿਕਾਰੀ ਨੂੰ। ਅਹੇਰੀ ਕਹਿੰਦੇ ਸ਼ਿਕਾਰ ਨੂੰ। ਕਾਲ ਅਹੇਰੀ ਫਿਰੈ ਬੱਧਕ ਜਿਉ, ਬੱਧਕ ਕਹਿੰਦੇ ਸ਼ਿਕਾਰੀ ਨੂੰ। ਕਹੋ ਕਮਨ ਬਿਦ ਕੀਜੈ, ਕੀ ਕਰੇਗਾ ਕਹਿੰਦੇ? ਸੋ ਦਿਨ ਆਵਨ ਲਾਗਾ, ਉਹ ਦਿਨ ਆਉਣ ਲੱਗਾ ਤੇਰੇ ਉੱਤੇ। ਮਾਤ ਪਿਤਾ ਭਾਈ ਸੁੱਤ ਬਨਤਾ, ਮਾਂ ਪਿਓ, ਭਰਾ, ਪੁੱਤ, ਧੀਆਂ ਤੇ ਘਰ ਵਾਲੀ। ਕਹੋ ਕਉ ਹੈ ਕਾਕਾ, ਉਹ ਦਿਨ ਆਉਣਾ ਜਿੱਦਣ ਤੂੰ ਮੈਨੂੰ ਦਸੀ ਵੀ ਇਹ ਕਿਹਦੇ ਸੀ, ਇਹ ਤੇਰੇ ਸੀ। ਜਦੋਂ ਅਸੀਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਤਾਂ ਗੁਰਬਾਣੀ ਸਾਨੂੰ ਕਹਿੰਦੀ, ਸੱਜਣਾ ਤੂੰ ਮੌਤ ਤੋਂ ਭੱਜਦਾ ਵਾਂ, ਪਰ ਮੌਤ ਤੂੰ ਨਾਲ ਲੈ ਕੇ ਆਇਆ ਆਪਣੇ। ਕਮਾਲ ਦੀ ਗੱਲ ਆ, ਆਪ ਚੁਣ ਕੇ ਲੈ ਕੇ ਆਇਆ। ਜਿਵੇਂ ਕੋਈ ਬਾਜ਼ਾਰ ਵਿੱਚੋਂ ਕੋਈ ਵਸਤੂ ਪਸੰਦ ਕਰਕੇ ਤੂੰ ਲੈ ਕੇ ਆਇਆ। ਸਤਿਗੁਰੂ ਕਹਿੰਦੇ ਮਰਨ ਲਿਖਾਏ ਮੰਡਲ ਮਹਿ ਆਏ, ਜਨਮਤ ਹੀ ਮਰਣਾ ਲਾਗੈ ਆਏ ਕਹਿ। ਜੰਮਦਿਆਂ ਹੀ ਇੱਕ ਪ੍ਰਵਾਣਾ ਤੂੰ ਨਾਲ ਲੈ ਕੇ ਆਏ, ਇਹ ਬਾਅਦ ਵਿੱਚ ਨਹੀਂ ਲਿਖੀ ਜਾਂਦੀ, ਇਹ ਜੰਮਦਿਆਂ ਹੀ ਨਾਲ ਲੈ ਕੇ ਆਈ ਦੀ। ਜਨਮ ਮਰਨ ਪ੍ਰਵਾਨ ਹਰ ਗੁਣ ਗਾਏ ਕਹਿ। ਜਨਮ ਤੇ ਮਰਨ ਤਾਂ ਪ੍ਰਵਾਨ ਹੋ ਸਕਦਾ ਵਾ ਜੇ ਤੂੰ ਰੱਬ ਦੇ ਗੁਣ ਗਾ, ਵਾਹਿਗੁਰੂ ਦੀ ਸਿਫਤ ਸਲਾਹ ਕਰ। ਕਈ ਸੱਜਣ ਪੁੱਛ ਲੈਂਦੇ ਜੀ ਨਾਮ ਨਹੀਂ ਵਸਦਾ, ਨਾਮ ਬੜਾ ਜਪਦੇ ਪਰ ਨਾਮ ਵਸਦਾ ਨਹੀਂ। ਜਿਹਨੂੰ ਬਾਣੀ ਕਹਿੰਦੀ ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਾਹੜ ਜਨਮ ਨਾ ਆਵਾਂ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਤੂੰ ਗੁਣ ਗਾਈ ਜਾ ਬਸ, ਤੂੰ ਰੱਬ ਦੇ ਗੀਤ ਗਾਈ ਜਾ ਬਸ, ਤੂੰ ਸਿਫਤ ਕਰੀ ਜਾ ਬਸ। ਸਿਫਤ ਆਪਣੇ ਆਪ ਤੇਰੇ ਹਿਰਦੇ 'ਚ ਵਸੇਗਾ। ਆਪਾਂ ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਕਿ ਨਹੀਂ? ਆਨੰਦ ਸਾਹਿਬ ਪੜ੍ਹਦਿਆਂ ਇੱਕ ਪੰਕਤੀ ਨਹੀਂ ਆਉਂਦੀ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਕਰੀ ਜਾ ਸਿਫਤ। ਆਪਾਂ ਕਹਿੰਦੇ ਬੰਦੇ ਦੀ ਹਉ ਨਹੀਂ ਮਰਦੀ, ਹਉਮੈ ਨਹੀਂ ਬੰਦੇ ਦੀ ਖਤਮ ਹੁੰਦੀ। ਸਤਿਗੁਰੂ ਕਹਿੰਦੇ ਤੂੰ ਗੁਣ ਗਾਉਣ ਲੱਗ ਪਾ, ਹਉ ਵੀ ਮਰੂਗੀ। ਧੰਨ ਗੁਰੂ ਅਰਜਨ ਦੇਵ ਸਾਹਿਬ ਸੁਖਣੀ ਸਾਹਿਬ 'ਚ ਕਹਿੰਦੇ ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਬਸ ਗੁਣ ਗਾਉਣੇ ਸ਼ੁਰੂ ਕਰ ਦੇ। ਤੇ ਗੁਣ ਕੀ ਗਾਉਣੇ ਆ? ਜਾਂ ਕੀਰਤਨ ਕਰੋ, ਜਾਂ ਕੀਰਤਨ ਸੁਣੋ, ਜਾਂ ਕਥਾ ਕਰੋ, ਜਾਂ ਕਥਾ ਸੁਣੋ, ਜਾਂ ਨਾਮ ਜਪੋ, ਜਾਂ ਨਾਮ ਜਪਾਓ, ਜਾਂ ਸੁਖਮਣੀ ਸਾਹਿਬ ਪੜ੍ਹ ਚੌਂਕੜਾ ਮਾਰ ਕੇ, ਇਹ ਗੁਣ ਗਾਉਣੇ ਆ। ਜਾਂ ਜਪਜੀ ਸਾਹਿਬ ਪੜ੍ਹ, ਚੌਪਈ ਸਾਹਿਬ ਦਾ ਜਾਪ ਕਰ। ਨਾਲੇ ਹੌਸਲਾ ਕਿੱਡਾ ਦਿੱਤਾ ਵਾ। ਵੈਸੇ ਤੇ ਇੱਕ ਮੰਗ ਹੀ ਮੰਨਣੀ ਬੜੀ ਔਖੀ ਆ। ਚੌਪਈ ਸਾਹਿਬ ਤੇ ਸਾਰੀਆਂ ਮੰਗਾਂ ਨਾਲ ਹੀ ਭਰੀ ਪਈ ਆ। ਬੇਨਤੀ ਲਿਖਿਆ ਨਾ, ਕਬਿਓ ਬਾਚ ਬੇਨਤੀ ਚੌਪਈ।
ਅਰਦਾਸਾਂ ਦੀ ਚੌਪਈ ਆ। ਚੌਪਈ ਕਹਿੰਦੇ 4 ਲਾਈਨਾਂ ਨੂੰ। ਹਰ 4 ਲਾਈਨਾਂ ਦੇ ਵਿੱਚ ਉੱਥੇ ਮੰਗਿਆ ਗਿਆ ਵਾ। ਤੇ ਗੱਲ ਇੱਥੋਂ ਸ਼ੁਰੂ ਕਰ ਦਿੱਤੀ, ਹਮਰੀ ਕਰੋ ਹਾਥ ਦੇ ਰਚ ਪੂਰਨ ਹੋਏ। ਕਮਾਲ ਦੀ ਗੱਲ ਆ। ਮੰਗ ਹੀ ਮੰਗਾ, ਬਸ ਬੇਨਤੀਆਂ ਹੀ ਆ। ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ। ਬੇਨਤੀ ਚੌਪਈ ਕੱਲੀ ਚੌਪਈ ਨਹੀਂ ਆ। ਚੌਪਈ ਤੇ ਹੁੰਦੀਆਂ 4 ਲਾਈਨਾਂ, ਕੱਲੀ ਚੌਪਈ ਨਹੀਂ ਆ। ਇਹ ਬੇਨਤੀ ਚੌਪਈ ਹੈ, ਅਰਦਾਸਾਂ ਦੀ ਚੌਪਈ ਹੈ। ਆਨੰਦ ਸਾਹਿਬ ਪੜ੍ਹ ਲਓ। ਸਤਿਗੁਰੂ ਕੀ ਕਹਿੰਦੇ, ਕਿੱਡਾ ਵੱਡਾ ਹੌਸਲਾ ਦਿੰਦੇ ਆ। ਕਈ ਵਾਰੀ ਮੇਰੇ ਵਰਗੇ ਦੇ ਮਨ 'ਚ ਆ ਜਾਂਦਾ ਵੀ ਪਤਾ ਨਹੀਂ ਪੜ੍ਹੀ ਜਾਣਾ ਕੁਝ ਮਿਲਣਾ ਵੀ ਕਿ ਨਹੀਂ। ਉਹ ਕਹਿੰਦੇ ਤੂੰ ਪੜ੍ਹਨ ਦੀ ਗੱਲ ਛੱਡ, ਜਿਹੜਾ ਤੇਰੇ ਮੂੰਹੋਂ ਸੁਣ ਵੀ ਲਊਗਾ ਉਹਨੂੰ ਕੀ ਮਿਲੂਗਾ। ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ। ਅਗਲੀਆਂ ਲਾਈਨਾਂ ਪੜੋ, ਸਾਰੇ ਪੜੋ। ਦੁੱਖ ਰੋਗ ਸੰਤਾਪ ਉਤਰੇ। ਸਿਰਫ ਸੁਣਨਾ ਹੀ ਆ, ਸੁਣੀ ਸੱਚੀ। ਤੇ ਜੇ ਸੁਣਨ ਵਾਲੇ ਨੂੰ ਇੰਨਾ ਕੁਝ ਮਿਲਦਾ ਤੇ ਜਿਹੜਾ ਪੜ੍ਹਦਾ ਪਿਆ ਉਹਨੂੰ ਕੱਖ ਨਹੀਂ ਮਿਲਣਾ, ਉਹਨੂੰ ਕੁਝ ਨਹੀਂ ਮਿਲਣਾ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਤੂੰ ਚੌਪਈ ਪੜ੍ਹਨ ਲੱਗ ਪਾ। ਬਚਨ ਕਰਦੇ ਨੇ ਸੁਨੇ ਗੁੰਗ ਜੋ ਯਾਹੇ ਸੋ ਰਸਨਾ ਪਾਵਈ। ਸੁਨੇ ਮੂੜ ਚਿੱਤ ਲਾਏ ਚਤੁਰਤਾ ਆਵਈ। ਹੁਣ ਇੱਥੇ ਵੇਖੋ ਗੁਰੂ ਅਮਰਦਾਸ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਕਿੱਦਾਂ ਦੋਵੇਂ ਇੱਕ ਹੁੰਦੇ ਨੇ। ਉਧਰ ਕੀ ਕਹਿੰਦੇ, ਦੁੱਖ ਰੋਗ ਸੰਤਾਪ ਉਤਰੇ। ਇੱਧਰ ਕੀ ਕਹਿਣਗੇ, ਦੁੱਖ ਦਰਦ ਭਉ ਨਿਕਟ ਨਾ ਤਿਨ ਨਰਕੇ ਰਹੇ। ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੇ। ਇੱਕ ਵਾਰੀ ਚੌਪਈ ਪੜ੍ਹ ਕੇ ਤੇ ਵੇਖ, ਇੱਕ ਵਾਰੀ ਚਿੱਤ ਲਾ ਕੇ ਇਹਦਾ ਜਾਪ ਤੇ ਕਰਕੇ ਵੇਖ। ਬੇਨਤੀ ਕਰਾਂ, ਸਤਿਗੁਰੂ ਕਹਿੰਦੇ ਗੁਣ ਗਾ। ਗੁਣ ਗਾਉਣ ਦੇ ਵਿੱਚ ਬੜੀ ਵੱਡੀ ਤਾਕਤ ਹੈ, ਬੜੀ ਵੱਡੀ ਸਿਫਤ ਹੈ। ਅੱਜ ਕੱਲ ਦੁਨੀਆ ਆਪਣੇ ਆਪ ਨੂੰ ਜ਼ਿਆਦਾ ਅਗਾਂਹ ਵਧੂ ਕਹਿ ਕੇ ਧਰਮ ਦੇ ਨਾਲੋਂ ਟੁੱਟਦੀ ਜਾ ਰਹੀ ਹੈ। ਅੱਜ ਕੱਲ ਗੁਰੂ ਘਰ ਦੀ ਬਖਸ਼ਿਸ਼ ਨੂੰ, ਗੁਰੂ ਘਰ ਦੀ ਬਰਕਤ ਨੂੰ ਕ੍ਰਿਸ਼ਮੇ ਦਾ ਰੂਪ ਦੇ ਕੇ ਗਲਤ ਸਾਬਤ ਕੀਤਾ ਜਾ ਰਿਹਾ ਹੈ। ਬਰਕਤ ਹੋਰ ਹੈ, ਬਖਸ਼ਿਸ਼ ਹੋਰ ਹੈ, ਜਾਦੂਗਿਰੀ ਤਮਾਸ਼ੇ ਕ੍ਰਿਸ਼ਮੇ ਹੋਰ ਚੀਜ਼ਾਂ ਨੇ। ਕੈਨੇਡਾ ਦੀ ਗੱਲ ਹੈ, ਇੱਕ ਸੱਜਣ, ਉਹਨਾਂ ਦੇ ਬਜ਼ੁਰਗ ਚੌਪਈ ਸਾਹਿਬ ਦੇ ਬੜੇ ਉੱਚ ਕੋਟੀ ਦੇ ਅਭਿਆਸੀ, ਨਿਯਮ ਦੇ ਬੜੇ ਪੱਕੇ, ਕਾਨੂੰਨ ਦੇ ਟਾਈਮ ਦੇ ਬਹੁਤ ਪਾਬੰਦ। ਬਾਬਾ ਜੀ ਮਹਾਂਪੁਰਖਾਂ ਕੋਲੇ ਗੱਲ ਚੱਲਦੀ ਪਈ ਸੀ। ਆਰਮੀ ਕਹਿੰਦੀ ਆ, ਫੌਜ ਕਹਿੰਦੀ ਜੇ ਅਨੁਸ਼ਾਸਨ ਆ ਤੇ ਫੇਰ ਹੀ ਸ਼ਾਸਨ ਆ, ਜੇ ਕਾਨੂੰਨ ਆ ਫੇਰ ਹੀ ਰਾਜ ਆ, ਜੇ ਡਿਸਿਪਲਿਨ ਆ ਫੇਰ ਹੀ ਰਾਜ ਆ। ਇਸੇ ਤਰ੍ਹਾਂ ਜਿਹਦੀ ਜ਼ਿੰਦਗੀ 'ਚ ਕੋਈ ਕਾਨੂੰਨ ਨਹੀਂ ਨਾ ਹੈਗਾ ਵੀ ਇੰਨੇ ਵਜੇ ਉੱਠਣਾ, ਇੰਨੇ ਵਜੇ ਪੈਣਾ, ਇੰਨੇ ਵਜੇ ਖਾਣਾ, ਸੈਰ ਕਰਨੀ, ਇੰਨਾ ਕੁ ਚਿਰ ਬਾਣੀ ਪੜ੍ਹਨੀ, ਬਾਅਦ 'ਚ ਦੁਨੀਆ ਦੇ ਕੰਮ ਕਰਨੇ। ਮਹਾਰਾਜ ਨੇ ਅਨੁਸ਼ਾਸਨ ਬੰਨਿਆ ਵਾ, ਪਰ ਅਸੀਂ ਮੰਨਦੇ ਨਹੀਂ। ਧੰਨ ਗੁਰੂ ਰਾਮਦਾਸ ਸਾਹਿਬ ਨੇ ਬੰਨਿਆ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆ। ਉਹ ਬੜੇ ਅਨੁਸ਼ਾਸਨ ਦੇ ਪੱਕੇ ਸੀ। ਉਹਨਾਂ ਬਜ਼ੁਰਗਾਂ ਦੀ ਬਰਸੀ ਮਨਾਈ ਜਾਂਦੀ ਅੱਜ ਵੀ। ਉਹ ਰਹਿੰਦੇ ਘਰ ਦੇ ਵਿੱਚ ਸੀ, ਪਰ ਕਿਸੇ ਮਹਾਂਪੁਰਖ ਨਾਲੋਂ ਘੱਟ ਨਹੀਂ ਸੀ। 6 ਵਜੇ ਦਾ ਉਹਨਾਂ ਦਾ ਟਾਈਮ ਹੁੰਦਾ ਸੀ ਰਹਿਰਾਜ ਸਾਹਿਬ ਦਾ। ਉਹਨਾਂ ਨੇ ਆਪਣੇ ਬੱਚਿਆਂ ਨੂੰ, ਪੁੱਤਰਾਂ ਨੂੰ ਆਖਿਆ ਸੀ 6 ਵਜੇ ਤੋਂ ਬਾਅਦ ਦਰਵਾਜ਼ਾ ਬੰਦ,
ਜਿਹੜਾ ਅੰਦਰ ਆ ਗਿਆ। ਰਹਿਰਾਸ ਸਾਹਿਬ ਦੇ ਟਾਈਮ 'ਚ ਦੂਜੇ ਨੂੰ ਬਾਹਰ ਹੀ ਬਹਿਣਾ ਪਊਗਾ। ਏਡੇ ਬਜ਼ੁਰਗ ਸਖਤ ਸੀ। ਉਹਨਾਂ ਨੇ 1.25 ਲੱਖ ਪਾਠ ਚੌਪਈ ਸਾਹਿਬ ਦਾ ਕੀਤਾ ਘਰ ਦੇ ਵਿੱਚ ਰਹਿ ਕੇ। ਇੱਕ ਆਮ ਗ੍ਰਸਤੀ ਬਜ਼ੁਰਗ ਨੇ, ਕਿਸੇ ਵਿਹਲੇ ਨੇ ਨਹੀਂ। ਤੁਹਾਡੇ ਵਰਗਾ ਹੀ ਸੱਜਣ ਜਿਹਨੇ 10 ਨੌਹਾਂ ਦੀ ਕਿਰਤ ਕੀਤੀ ਸਾਰੀ ਉਮਰ। ਆਪਾਂ ਤੇ ਭਾਲਦੇ ਆ ਨਾ ਵੀ ਮੈਂ ਵਿਹਲਾ ਹੋਵਾਂ ਤੇ ਫੇਰ ਕਰੂੰਗਾ। ਇਹ ਵੇਲ ਨਹੀਂ ਆਉਂਦੀ, ਦੁਨੀਆ ਤੋਂ ਹੀ ਵਿਹਲੇ ਹੋਣਾ ਪੈਂਦਾ। ਵੇਲ ਨਹੀਂ ਆਉਂਦੀ ਕਿਸੇ ਦੀ ਜ਼ਿੰਦਗੀ 'ਚ। ਆਪਣੇ ਮਨ ਦੇ ਵਿੱਚ ਤੇ ਇਹ ਰਹਿੰਦੀ ਹੈ ਵੀ ਮੈਂ ਵਿਹਲਾ ਹੋਵਾਂ ਤੇ ਫੇਰ ਕਰਾਂਗਾ। ਮੈਂ ਕਈ ਸੱਜਣਾਂ ਨੂੰ ਬੇਨਤੀ ਕੀਤੀ, ਤੁਸੀਂ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋਣ। ਉਹ ਪਤਾ ਕੀ ਕਹਿਣਗੇ? ਉਹ ਕਹਿਣਗੇ ਅਜੇ ਬਿਜ਼ੀ ਲਾਈਫ ਆ, ਥੋੜਾ ਜਿਹਾ ਚਿਰ ਹੋਰ ਖਲੋ ਜੋ, ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋ ਜਾਈਏ, ਲੜਕੀ ਦਾ ਵਿਆਹ ਕਰ ਲਈਏ, ਮੁੰਡੇ ਦਾ ਵਿਆਹ ਕਰ ਲਈਏ, ਥੋੜਾ ਜਿਹਾ ਭਾਰ ਬਾਬਾ ਹੌਲਾ ਹੋ ਲੈਣ ਦੇ, ਫੇਰ ਅੰਮ੍ਰਿਤ ਛਕ ਹੀ ਲੈਣਾ। ਕਹਿੰਦੇ ਇੱਕ ਸਾਧ ਨਦੀ ਦੇ ਕਿਨਾਰੇ ਬੈਠਾ, ਸਵੇਰ ਦਾ ਬੈਠਾ, ਸ਼ਾਮ ਪੈ ਗਈ। ਉਹਨੂੰ ਪੁੱਛਿਆ, ਬਾਬਾ ਪਾਰ ਨਹੀਂ ਜਾਣਾ? ਕਹਿੰਦਾ ਨਦੀ ਦੇ ਵਿੱਚ ਲਹਿਰਾਂ ਬੜੀਆਂ ਉੱਠਦੀਆਂ ਨੇ, ਜਦੋਂ ਸ਼ਾਂਤ ਹੋਣਗੀਆਂ ਫੇਰ ਪਾਰ ਲੰਘਾਂਗੇ, ਫੇਰ ਬੇੜੀ 'ਚ ਬਵਾਂਗੇ। ਉਹ ਸੱਜਣ ਹੱਸ ਕੇ ਕਹਿਣ ਲੱਗਾ, ਬਾਬਾ ਇੱਥੇ ਦੁਨੀਆ ਸ਼ਾਂਤ ਹੋ ਗਈ, ਕਈ ਵਾਰੀ ਇਹ ਨਹੀਂ ਸ਼ਾਂਤ ਹੋਈ। ਇੱਥੇ ਜ਼ਿੰਦਗੀਆਂ ਸ਼ਾਂਤ ਹੋ ਜਾਂਦੀਆਂ, ਨਦੀਆਂ ਨਹੀਂ ਸ਼ਾਂਤ ਹੁੰਦੀਆਂ। ਜੇ ਲੰਘਣਾ ਵਾ ਇਹਨਾਂ ਲਹਿਰਾਂ ਦੇ ਵਿੱਚ ਦੀ ਹੀ, ਤੈਨੂੰ ਬੇੜੀ ਚਾੜ ਕੇ ਲਹਿਰਾਂ ਦੇ ਸਿਰ ਉੱਤੇ ਸਿਰ ਭੰਨ ਕੇ ਦਰਿਆ ਚੀਰ ਕੇ ਲੰਘਣਾ ਪਊਗਾ। ਨਹੀਂ ਤੇ ਬੈਠਾ ਰਹਿ ਸਾਰੀ ਉਮਰ, ਇਹ ਨਹੀਂ ਕਦੀ ਸ਼ਾਂਤ ਹੁੰਦੇ। ਜ਼ਿੰਦਗੀ ਸ਼ਾਂਤ ਹੋ ਜਾਊਗੀ, ਤੂੰ ਚਲੇ ਜਾਏਗਾ ਹੋਰ ਆਜੂ, ਪਰ ਇਹ ਨਹੀਂ ਸ਼ਾਂਤ ਹੁੰਦੀ। ਉਹ ਸਾਧੂ ਕਹਿੰਦਾ, ਮੈਂ ਇਹੀ ਤੇ ਸਮਝਾਉਣਾ ਚਾਹੁੰਦਾ ਤੁਹਾਨੂੰ, ਜਦੋਂ ਮੈਂ ਕਹਿੰਦਾ ਤੁਹਾਨੂੰ ਅੰਮ੍ਰਿਤ ਛਕੋ, ਤੁਸੀਂ ਮੈਨੂੰ ਅੱਗੇ ਕਹਿੰਦੇ ਕੰਮ ਮੁੱਕ ਜਾਣ। ਕਹਿੰਦਾ ਕੰਮ ਨਹੀਂ ਮੁੱਕਦੇ ਸੱਜਣਾ, ਬੰਦੇ ਮੁੱਕ ਜਾਂਦੇ। ਕੰਮਾਂ ਦੇ ਵਿੱਚ ਹੀ ਤੈਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਪਊ। ਇਹਨਾਂ ਕੰਮਾਂ ਦੇ ਵਿੱਚੋਂ ਹੀ ਟਾਈਮ ਕੱਢ ਕੇ ਤੈਨੂੰ ਬਾਣੀ ਪੜ੍ਹਨੀ ਪਊਗੀ, ਸਿਮਰਨ ਕਰਨਾ ਪਊਗਾ, ਬੰਦਗੀ ਕਰਨੀ ਪਵੇਗੀ। ਗੱਲ ਚੱਲੀ ਸੀ ਗੁਣ ਗਾਉਣੇ। ਉਸ ਬਜ਼ੁਰਗ ਨੇ ਕਿੱਡਾ ਨਿਤਨੇਮ ਹੋਵੇਗਾ, 1.25 ਲੱਖ ਪਾਠ ਚੌਪਈ ਸਾਹਿਬ ਦਾ ਕੀਤਾ। ਤੁਸੀਂ ਭਾਈ ਸ਼ਮੀਰ ਦੀ ਸਾਖੀ ਸੁਣੀ ਹੋਵੇਗੀ ਕਿ ਉਹਨਾਂ ਦਾ ਜਨਮ 10ਵੇਂ ਪਾਤਸ਼ਾਹ ਨੇ ਉਹਨਾਂ ਦੀ 84 ਸੁਪਨੇ ਵਿੱਚ ਕੱਟੀ। ਗੁਰੂ ਸੂਲੀ ਤੋਂ ਸੂਲ ਕਰ ਦਿੰਦਾ ਹੈ, ਸਤਿਗੁਰੂ ਕਿਰਪਾ ਕਰਦਾ ਹੈ, ਮਾੜੇ ਕਰਮ ਕੱਟ ਦਿੰਦਾ ਹੈ। ਪ੍ਰਸ਼ਨ ਪੈਦਾ ਹੁੰਦਾ, ਮਾੜੇ ਕਰਮ ਜੇ ਗੁਰੂ ਨੇ ਕੱਟ ਦਿੱਤੇ ਤੇ ਰੱਬ ਨੇ ਲਿਖੇ, ਇਹ ਰੱਬ ਦੇ ਭਾਣੇ 'ਚ ਦਖਲ ਆ। ਮਹਾਰਾਜ ਕਹਿੰਦੇ ਨਹੀਂ, ਸੁਪਨੇ ਦੇ ਵਿੱਚ ਹੀ ਕਹਿੰਦੇ ਭਗਾ ਦਾਂਗੇ, ਬਚਨ ਵੀ ਪੂਰਾ ਹੋਊਗਾ ਤੇ ਦਖਲ ਵੀ ਕੋਈ ਨਹੀਂ ਹੋਊਗਾ। ਕਿਉਂ? ਸੁਪਨੇ ਦੀ ਜ਼ਿੰਦਗੀ ਬੜੀ ਛੇਤੀ ਲੰਘ ਜਾਂਦੀ। ਸੁਪਨੇ 'ਚ ਜੰਮਦਾ, ਵੱਡਾ ਹੁੰਦਾ, ਵਿਆਹ ਹੁੰਦਾ, ਸੁਪਨੇ 'ਚ ਹੀ ਬੁੱਢਾ ਹੋ ਜਾਂਦਾ, 5 ਮਿੰਟਾਂ 'ਚ ਹੀ ਹੋ ਜਾਂਦਾ। ਉਸ ਬਜ਼ੁਰਗ ਤੇ 10ਵੇਂ ਪਾਤਸ਼ਾਹ ਨੇ ਇਹ ਕਿਰਪਾ ਕੀਤੀ। ਮੈਂ ਹੈਰਾਨ ਆ ਉਸ ਪਰਿਵਾਰ ਤੋਂ ਸੁਣ ਕੇ। ਉਹ ਕਹਿੰਦੇ ਤੁਸੀਂ ਭਾਈ ਸ਼ਮੀਰ ਦੀ ਸਾਖੀ ਸੁਣੀ ਹੋਵੇਗੀ ਵੀ ਸੁਪਨੇ ਦੇ ਵਿੱਚ ਉਹਦਾ ਜੰਮਣ ਮਰਨ ਕੱਟਿਆ ਗਿਆ। ਕਹਿੰਦੇ ਮੇਰਾ ਤੇ ਚੌਂਕੜੇ ਵਿੱਚ ਕੱਟਿਆ, ਸੁਪਨੇ 'ਚ ਨਹੀਂ। ਮੈਂ ਚੌਪਈ ਸਾਹਿਬ ਦਾ ਜਦੋਂ ਜਾਪ ਕਰਦਾ ਸੀ, ਅਭਿਆਸ ਕਰਦਾ ਸੀ, ਮੇਰੇ ਮੂੰਹ ਦੇ ਵਿੱਚੋਂ ਫਲਾਂ ਦੀਆਂ ਗਿੜਕਾਂ ਆਪਣੇ ਆਪ ਨਿਕਲਣ ਲੱਗੀਆਂ ਤੇ ਮੈਂ ਹੈਰਾਨ ਹੋ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਇਹ ਕੀ? ਉਹ ਕਹਿੰਦੇ ਜਾ ਤੇਰਾ ਅਗਲਾ ਜਨਮ ਕੱਟਿਆ ਹੀ।
ਜਾਂ ਤੇਰਾ ਜੰਮਣ ਮਰਨ ਕਟਿਆ ਈ, ਤੂੰ ਚੌਪਈ ਸਾਹਿਬ ਦਾ ਅਭਿਆਸ ਕਰਦਾ। ਇੱਕ ਆਮ ਬਜ਼ੁਰਗ ਜਿਨਨੇ ਕਦੀ ਵੀ ਦੁਨੀਆ ਨੂੰ ਆਪਣਾ ਆਪ ਨਹੀਂ ਜਣਾਇਆ ਵੀ ਮੈਂ ਵੀ ਕੁਝ ਹਾਂ, ਸਤਿਗੁਰੂ ਕਹਿੰਦੇ ਤੂੰ ਗੁਣ ਗਾਉਣੇ ਸ਼ੁਰੂ ਕਰ ਦੇ। ਆਪਾਂ ਪੰਕਤੀ ਪੜ੍ਹਦੇ ਪਏ ਸੀ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਆਪਾਂ ਪੰਕਤੀ ਪੜ੍ਹਦੇ ਪਏ ਸੀ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਤੇ ਆਪਾਂ ਅਰਦਾਸ ਦੇ ਵਿੱਚ ਵੀ ਇਹੀ ਚੀਜ਼ ਮੰਗਦੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ। ਪੜ੍ਹਦੇ ਕਿ ਨਹੀਂ? ਇੱਕ ਜਗ੍ਹਾ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਉਹ ਕਹਿੰਦੇ ਕਥਾ ਕਰਨ ਦੇ ਨਾਲ ਵੀ ਰੱਬ ਮਿਲਦਾ ਹੈ, ਕੀਰਤਨ ਕਰਨ ਦੇ ਨਾਲ ਵੀ ਰੱਬ ਮਿਲਦਾ ਹੈ, ਸੁਣਨ ਨਾਲ ਤੇ ਚਲੋ ਮਿਲਣਾ ਹੀ ਮਿਲਣਾ ਹੈ। ਇੱਕ ਜਗ੍ਹਾ ਮਹਾਰਾਜ ਲਿਖਦੇ, ਪੋਥੀ ਪਰਮੇਸ਼ਰ ਕਾ ਥਾਨ। ਜਿਹੜੀ ਪੋਥੀ ਹੈ ਇਹ ਰੱਬ ਦਾ ਥਾਂ ਵਾ, ਇਹ 'ਚ ਰੱਬ ਬਹਿੰਦਾ ਹੈ। ਅਗਲੀ ਪੰਕਤੀ ਕਿਸੇ ਨੇ ਧਿਆਨ ਦਿੱਤਾ? ਅਗਲੀ ਪੰਕਤੀ ਕਹਿੰਦੀ, ਸਾਧ ਸੰਗ ਗਾਵੈ ਹੈ ਗੁਣ ਗੋਬਿੰਦ। ਸੰਗਤ 'ਚ ਬਹਿ ਕੇ, ਆ ਜਿੱਦਾਂ ਤੁਸੀਂ ਬੈਠੇ, ਸੰਗਤ 'ਚ ਬਹਿ ਕੇ ਤੂੰ ਗੋਬਿੰਦ ਦੇ ਗੁਣ ਗਾ। ਪੂਰਨ ਬ੍ਰਹਮ ਗਿਆਨ ਜਿਹੜਾ ਕਦੀ ਵੀ ਅਧੂਰਾ ਨਹੀਂ ਹੋਇਆ, ਜਿਹ 'ਚ ਕਦੀ ਵੀ ਘਾਟਾ ਨਹੀਂ ਪਿਆ, ਉਹ ਜਿਹੜਾ ਬ੍ਰਹਮ ਰੱਬ ਆ, ਉਹਦਾ ਕਹਿੰਦੇ ਤੈਨੂੰ ਗਿਆਨ ਹੋ ਜਾਊਗਾ, ਉਹਦੇ ਨਾਲ ਤੇਰੀ ਸਾਂਝ ਬਣ ਜਾਏਗੀ। ਮੈਂ ਹੈਰਾਨ ਸੀ, ਜੇ ਕਥਾ ਕੀਰਤਨ ਸਾਧ ਸੰਗ 'ਚ ਕਰੀ ਜਾਵੇ ਤਾਂ ਵੀ ਬ੍ਰਹਮ ਗਿਆਨੀ ਹੁੰਦਾ ਹੈ। ਦੇਖੋ ਗੁਣਾਂ ਦੇ ਵਿੱਚ ਤਾਕਤ, ਗੁਣਾਂ ਦੇ ਵਿੱਚ ਬਰਕਤ, ਗੁਣਾਂ ਦੀ ਕਮਾਈ। ਤਾਂ ਇਹ ਸੰਸਾਰ ਕੀ ਹੈ? ਇਹਦੇ ਵਿੱਚ ਬੰਦਾ ਮੌਤ ਦਾ ਪਰਵਾਨਾ ਨਾਲ ਲਿਖ ਕੇ ਆਉਂਦਾ ਹੈ। ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਕਿਸੇ ਤਰ੍ਹਾਂ ਬਚਾਅ ਹੋ ਸਕਦਾ? ਕਹਿੰਦੇ ਇੱਕ ਤਰੀਕਾ। ਉਹ ਕਹਿੰਦੇ ਪੰਜਵੇਂ ਪਾਤਸ਼ਾਹ, ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ। ਗੱਲ ਨਿਬੇੜੀ। ਇਹ ਸੰਸਾਰ ਰੂਪੀ ਸਮੁੰਦਰ ਉਹੀ ਤਰੂਗਾ ਜਿਹੜਾ ਰੱਬ ਦੇ ਗੁਣ ਗਾਵੇਗਾ। ਗੁਣਾਂ ਦੀ ਗੱਲ ਚੱਲ ਪਈ, ਪ੍ਰਕਰਣ ਬਣ ਗਿਆ 5 ਮਿੰਟ ਦਾ। ਇਹ ਸੰਸਾਰ ਨੂੰ ਤਰੂਗਾ ਉਹ ਜਿਹਦੀ ਜ਼ੁਬਾਨ ਤੋਂ ਨਿਕਲੇਗਾ ਸਤਨਾਮ ਸ਼੍ਰੀ ਵਾਹਿਗੁਰੂ, ਜਿਹਦੇ ਮੂੰਹ ਦੇ ਵਿੱਚੋਂ ਰੱਬ ਦੇ ਬੋਲ ਨਿਕਲਣਗੇ। ਵੇਖੋ ਆਪਾਂ ਕਿੱਡੇ ਆਲਸੀ ਆ। ਗੁਰਬਾਣੀ ਕਹਿੰਦੀ ਜਦੋਂ ਮਾੜਾ ਕੰਮ ਕਰਨਾ ਹੁੰਦਾ ਸ਼ੇਰ ਬਣਦਾ ਸ਼ੇਰ, ਪਤਾ ਨਹੀਂ ਕਿੱਥੋਂ ਜਾਨ ਆਉਂਦੀ। ਤੇ ਜਦੋਂ ਰੱਬ ਦਾ ਨਾਂ ਲੈਣਾ ਹੁੰਦਾ ਕਹਿੰਦੇ ਮਾਰੀ ਜਾਂਦਾ, ਮਿੱਟੀ ਹੋ ਜਾਂਦਾ, ਬਸ ਵੀ ਮਾਰੀ ਗਿਆ ਹੈ। ਗੁਰਬਾਣੀ ਵਿੱਚ ਇਹ ਦੋਵੇਂ ਸ਼ਬਦ ਨੇ। ਗੁਰਬਾਣੀ ਕੀ ਕਹਿੰਦੀ ਹੈ? ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਨਾਮ ਜਪਣ ਲੱਗਿਆ ਨੀਂਦ ਆਉਂਦੀ ਕਿ ਨਹੀਂ? ਹੁਣ ਇਹ ਨਾ ਕਹਿ ਦਿਓ ਆ ਤੁਹਾਡੇ ਰਾਜਸਥਾਨ 'ਚ ਹੁਣ ਪਤਾ ਨਹੀਂ ਊਠ ਆਠ ਹੈਗੇ ਕਿ ਨਹੀਂ, ਜਿੱਡਾ ਉਹ ਮੂੰਹ ਟੱਟਦਾ ਉਸ ਤੋਂ ਵੱਧ ਬੰਦਾ ਟੱਡ ਕੇ ਵਾਸੀਆਂ ਲੈਂਦਾ ਜਦੋਂ ਨਾਮ ਜਪਦਾ। ਇਹ ਹਾਲ ਬੰਦੇ ਦਾ ਹੁੰਦਾ ਹੈ। ਪਰ ਇਹ ਘਬਰਾਉਣ ਦੀ ਗੱਲ ਨਹੀਂ। ਨਾਮ ਜਪਣ ਵਾਲੇ ਨੂੰ ਨੀਂਦ ਆਵੇ, ਗੁਰਬਾਣੀ ਕਹਿੰਦੀ ਆਓ ਸੁਭਾਗੀ ਨੀਂਦੜੀਏ। ਭਾਗਾਂ ਭਰੀ ਨੀਂਦ ਆ ਜਿਹੜੀ ਨਾਮ ਜਪਦਿਆਂ ਆਉਣੀ ਚਾਹੀਦੀ। ਜਦੋਂ ਅਸੀਂ ਡਾਕਟਰ ਦੀ ਦਵਾਈ ਖਾਂਦੇ ਆ ਤਾਂ ਮੈਨੂੰ ਇੱਕ ਗੱਲ ਦੱਸੋ, ਜੇ ਦਵਾਈ ਅਸਰ ਕਰੇ ਤੇ ਨੀਂਦ ਆਉਂਦੀ ਕਿ ਨਹੀਂ ਆਉਂਦੀ ਹੈ? ਇਹਦਾ ਮਤਲਬ ਨਾਮ ਤੇਰੇ ਰੋਗ ਕੱਟਦਾ ਵਾ। ਜੇ ਆਉਂਦੀ ਨੀਂਦ ਤੇ ਆਉਣ ਦੇ, ਤੂੰ ਨਾਮ ਜਪਣਾ ਨਾ ਛੱਡ, ਨਾਮ ਦੀ ਕਮਾਈ ਨਾ ਛੱਡ। ਇਹ ਨੀਂਦ ਤੇ ਕਿਸੇ ਭਾਗਾਂ ਵਾਲੇ ਨੂੰ ਆਉਂਦੀ ਹੈ। ਦੇਖੋ ਨਾਮ ਜਪਣ ਲੱਗਿਆਂ ਆਪਾਂ ਕਿੰਨਾ ਆਲਸ ਕਰ ਜਾਂਦੇ ਹਾਂ। ਮੈਂ ਹੈਰਾਨ ਹੁੰਨਾ, ਇੱਕ ਸੱਜਣ ਸੰਤਾਂ ਦੇ ਪਾਸ ਗਿਆ।
चलो मैं एक शास्त्र की गल सुनाना। हिंदू धर्म का एक बड़ा प्रसिद्ध ग्रंथ आ, उन्होंने कहते गरुड़ पुराण। ਉਹਦੇ ਵਿੱਚ ਇਹੋ ਜਿਹੀਆਂ ਗੱਲਾਂ ਲਿਖੀਆਂ ਵੀ ਬੰਦਾ ਮਰ ਕੇ ਕਿੱਥੇ ਜਾਂਦਾ, ਕਿੱਥੇ ਖਲੋਂਦਾ। ਤੇ ਉਹਨਾਂ ਨੇ ਤੇ ਇਹ ਵੀ ਲਿਖਿਆ ਵੀ 365 ਦਿਨ ਲੱਗਦੇ ਬੰਦੇ ਨੂੰ ਜਾਂਦੇ ਨੂੰ। ਤੇ ਜਦੋਂ ਸਾਡੇ ਸੱਚੇ ਪਾਤਸ਼ਾਹ ਨੂੰ ਪੁੱਛਿਆ, ਉਹਨਾਂ ਆਖਿਆ ਵੀ ਤੂੰ ਅੰਬ ਖਾ, ਤੈਨੂੰ ਦਰਖਤਾਂ ਤੋਂ ਕੀ। महाराज ने आख्या जे मार्ग के गने जाहे ना कोसा हर का नाम। तू नाम जप, तेनू की भी किन्ने किलोमीटर, तेरा काम नाम जपना, तेनू की। उत्थे दो गल्लां एडियां कमाल दियां लिखियां ना, भावें हिंदू धर्म का ग्रंथ आ, पर जिहड़ी चंगी चीज़ आ ना, सांझ करीजै गुणे केरी छाड़ अवगण चलीए। दो गल्लां लिखियां उत्थे। लिखिया पहली गल, वो प्रश्न करदा जिहड़ा महात्मा गरुड़ आ ना, वाहन आ महाराज दा, वो प्रश्न करदा कि हे ईश्वर, तेरा नां एडा छोटा जिहा वा पर जबान तो नहीं चक्या जांदा। उए सारी दिहाड़ी कहंदे बग बग करी जांदे, उए सारी दिहाड़ी बोली जांदे। भी नाम जे राम राम शब्द आ ते दो अखर ही होए, एवें कन्ने दा ते की हुंदा कुछ भी। ते जे वाहिगुरू शब्द आ ते चार अखर ही आ। उदां ये वेख लो, हे ईश्वर, इन्हां दी जबान थकदी नहीं दुनिया दीयां गल्लां कर, पर तेरा नाम एडा छोटा वा, ताकत एडी वड्डी आ, लोग जपदे क्यों नहीं। दूसरी गल, हे ईश्वर, भी नाम जपण का फायदा की जदों मन ही नहीं टिकदा। ये आपां सारे कहने ना, किसी सज्जण ने अमृत ना छकना होवे, गुरुद्वारे ना जाना होवे, बाणी ना पढ़नी होवे, कहंदा मेरा मन साफ आ। मैनूं ते अजे तक समझ नहीं आई भी आ साडा अमृत छकण का की फायदा है जे तेरा घरे बैठे दा साफ आ। तू सारी दुनिया दे काम करे, दाढ़ी तू कटे, केस तू कतरे, छड्डे तू कख ना। जे ऐदा मन साफ सी ते ऐडा गुरु ग्रंथ साहब लिखण दी की लोड़ पई सी। सब तो बंदा ढीठ ते दिल दा काला वो हुंदा जिहड़ा सारा कुछ करके हौली जी कहंदा मन साफ, छड्डदा कख भी नहीं। तां उत्थों पता लगदा भी सब तो काला दिल दा। भी जे मन इदा ही साफ होंदा, जम्मण ते ही साफ सी, घर च रहण ते ही साफ सी, ते फिर आ कीर्तन कथा कादे वास्ते बनी। महाराज ते कहंदे सब ते ऊतम हर की कथा, नाम सुनत दर्द दुख लथा। महाराज ते कहंदे कालयुग में कीर्तन प्रधाना, ये कादे वास्ते बनिया। फिर उत्थे दूजा प्रश्न आ भी जदों मन ही नहीं टेकदा तां नाम जपण का की फायदा। उत्थे उन्होंने एक श्लोक उचारण किया। श्लोक शायद जे मैं शुद्ध नाम मेरे मूँह निकले एक अद्धे अखर का फर्क पवे। उत्थे श्लोक उचारण किया, हर हर हरती पापानी दुष्ट चित्त ही अपि सिमरता, अनिच्छयापि संप्रष्टो दाती एव पावका। वो कहंदा जिहदे मूँहों हर हर वाहिगुरू वाहिगुरू निकलदा वा, ओदे पाप कटे जाणगे, ओदा जन्म मरण खत्म होवेगा। वो कहंदे किवें मन ते टिकदा ही नहीं। वो कहंदा सज्जणा अग बलदी वेखी आ, कहंदे जी सारी दुनिया वेखी। कहंदा फिर अग च हथ पा, भावें प्रेम ना पा, भावें गुस्से ना पा, भावें मन टिका के पा, ओदा काम आ साड़ना ही साड़ना। रब दे नाम दा काम आ, उन्हें मैल कटनी कटनी। अनिच्छया बिना इच्छा तो, इच्छा तो है नहीं है अग च हथ पाउण दी, इसे तरह इच्छा तो है नहीं नाम जपण दी बदो बदी जपना पै रहा। अनिच्छया भी संपृष्ट
ਜੇ मैं उन्होंने संबंध करदा अग च हथ पाउना तां दहती एव ही पावका, अग जिद्दां दहन करदी है इदां सच्चे पातशाह दा नाम तेरे पाप कटदा है। आपां एक श्लोक पढ़दे आ, नाम दे विच किड्डी वड्डी ताकत आ। घोर दुखियंग अनक हत्यंग जन्म दारिद्रंग महाबख्यादंग मिटंत सगल सिमरंत हर नाम, नानक जैसे पावक कास्ट भस्मं करोत। जिवें अग लकड़ नूं साड़ दिंदी है इदां नाम कीते होए कर्मां नूं साड़दा है। तां गल करदे पए सी, इहो सागर सोई तरह जो हर गुण गाए, साध संग कै संग वसै। ये संसार रूपी समुंदर नूं ਉਹ तर सकदा है ਜਿਹੜਾ रब दे गुण गावेगा, वाहिगुरू दी सिफत सलाह करेगा। एक सज्जण कहंदा मैनू जी काम बहुत पैंदा। अगे संत जी कहंदे महापुर कहंदे काम किनू पैंदा वा? कहंदा जी मैनू काम बड़ा पैंदा। कहंदे मैनू किनू कहंदे आ? शरीर नू? हाँ जी शरीर नू। तां कहंदे जबान नू तो नहीं पैंदा, हत्थां नू ही पैंदा। जबान ना जपी जा सतनाम श्री वाह। इहो जे बहाने होर किसे कोले ला। बड़े बहाने हुंदे, पहलां रब विखाओ फिर बंदगी करांगे, टाइम नहीं निकलदा। इहो जिहियां बड़ियां गल्लां बनाईयां हुंदियां। आ जेड़े कहंदे पहलां रब विखाओ फिर बंदगी करांगे, ये पता किहड़े महकमे दे आ। ये न्याणा अजे जम्मिया नहीं, कहंदे PhD का सर्टिफिकेट लैके दे। न्याणा अजे जम्मिया भी नहीं आ, नर्सरी च भी नहीं गया, कहंदे PhD करा। गुरुद्वारे तू नहीं गया, सतसंग च तू नहीं बैठा। नाम जपड़ के किड्डी वड्डी स्टेज ते पहुंचना जिथे रब दे दर्शन हुंदे ने, उस स्टेज ते पहुंचना बड़ी औखी गल। जे कोई कवे भी मैं करा भी दूंगा, जां वो झूठ बोलता पिया है, जां वो किसी तरह की तुहानू रोशनी जी दिखाउंदा पिया है, गलत काम हो रहा है। साडा एक सब तो पुराना धर्म आ यहूदी धर्म, तकरीबन काफ़ी पुराने धर्मां चों आउंदा है, ईसाइयां तो भी पहलां दा है। इहदे वड्डे पैगंबर साहब होए हज़रत मूसा साहब। उन्हां दे पास जिहड़े उन्हां दे सिख सी, आपां कलयुग कह दिन्ने, वो शैतान कहिंदे आ। शैतान आया उन्हां दे मंदिर दे विच, उन्हां दे चेलियां नूं पढ़ा के गया भी तुसीं किहदी बंदगी करदे? कहंदे जी ईश्वर दी बंदगी करदे। वो कहंदे भी ईश्वर ते कदी देखिया ही नहीं। देखिया कदी ईश्वर? ईश्वर ते कदी देखिया नहीं। कहंदे जी नहीं देखिया। फिर कहंदे बंदगी काहदी करदे तुसीं? भी बंदगी करनी छड्डो। वो पढ़ा के चले गया। हजरत साहब आए, उन्हें आख्या भी अज बंदगी नहीं की। कहंदे जी किहदी करिए जिहड़ा देखिया ही नहीं, सुनिया ही नहीं, गल बात ही नहीं हुई। उन्होंने पता लग गया भी शैतान की करतूत आ सारी, कलयुग की करतूत आ। इत्थे कलयुग आया वा। उन्हें आख्या भी तुसी बंदगी मैं तां ही कराउणा पिया वां भी तुसी ईश्वर दे दर्शन कर सको, उहदे दर्शनां दे करन वास्ते तुसी बन सको कुछ, फिर उहदे दर्शन होण। तां वो कहण लगा जी नहीं, वो चेले कहण लगे नहीं नहीं नहीं, ये तां चलाकी वाली गल है। वो जिद्दां सिखा के गया सी ऐन, तुहानूं पता चंगी चीज़ का असर छेती नहीं हुंदा। अमृत का असर उन्नी छेती नहीं हुंदा जिन्नी छेती जहर का असर हुंदा है। हुण जे किसी बंदे ने दवाई पीती होवे जां दवाई खा ली होवे फसल वाली, वो किड्डी छेती असर कर जाती।
ਤੇ ਜਦੋਂ ਉਹ ਕੱਢਣੀ ਹੋਵੇ, ਸਾਫ਼ ਕਰਨਾ ਹੋਵੇ, ਕਿੰਨੇ ਦਿਨ ਲੱਗ ਜਾਂਦੇ, ਹਸਪਤਾਲ ਲੰਮੇ ਪਿਆ ਰਹਿੰਦਾ। ਉਹ ਬੜੀ ਛੇਤੀ ਅਸਰ ਹੋ ਗਿਆ। ਉਹਨਾਂ ਆਖਿਆ ਵੀ ਚੰਗਾ ਮੈਂ ਖੁਦਾ ਨਾਲ ਗੱਲ ਕਰ ਲੈਣਾ, ਕਿਉਂ ਗੁਰੂ ਜਿਹੜਾ ਹੈ ਵਿਚੋਲਾ ਹੈ। ਸੰਤ ਸਾਧੂ ਜਿਹੜੇ ਨੇ ਵਿਚੋਲੇ ਹਨ ਰੱਬ ਦੀ ਦਰਗਾਹ ਦੇ। ਤਾਂ ਮਹਾਰਾਜ ਜੀ ਨੇ ਖੁਦਾ ਨੂੰ ਬੇਨਤੀ ਕੀਤੀ ਵੀ ਮਹਾਰਾਜ ਵੀ ਬੜਾ ਚੱਕਰ ਪੈ ਗਿਆ, ਮੇਰੀ ਸਾਰੀ ਸਿੱਖਿਆ ਖੂਜ ਪੈ ਗਈ, ਵੀ ਤੂੰ ਹੁਣ ਜਾਂ ਦਰਸ਼ਨ ਦੇ, ਨਹੀਂ ਤੇ ਉਹ ਮੇਰੇ ਤੋਂ ਬੇਮੁਖ ਹੁੰਦੇ ਆ। ਤਾਂ ਖੁਦਾ ਨੇ ਉਹਨਾਂ ਨੂੰ ਆਖਿਆ ਵੀ ਮੂਸਾ ਵੀ ਦਰਸ਼ਨ ਤੇ ਤੈਨੂੰ ਨਹੀਂ ਅਜੇ ਮੇਰੇ ਹੋਏ, ਤੇ ਉਹਨਾਂ ਨੂੰ ਕਿੱਥੋਂ ਹੋ ਜਾਣਗੇ? ਤੇਰੇ ਨਾਲ ਮੈਂ ਗੱਲਬਾਤ ਹੀ ਕਰਦਾ ਪਰਦਾ ਪਾ ਕੇ। ਹਜ਼ਰਤ ਸਾਹਿਬ ਨੂੰ ਦਰਸ਼ਨ ਨਹੀਂ ਹੋਏ, ਪਰਦਾ ਪਾ ਕੇ ਗੱਲ ਕਰਦੇ ਰਹੇ ਸਾਰੀ ਉਮਰ। ਵੀ ਜਦੋਂ ਤੈਨੂੰ ਨਹੀਂ ਹੋਏ ਤੇ ਉਹਨਾਂ ਨੂੰ ਕਿੱਥੋਂ ਹੋ ਜਾਣ? ਉਹ ਕਹਿੰਦੇ ਜੀ ਮਹਾਰਾਜ ਵੀ ਹੁਣ ਕੀ ਕਰੀਏ, ਕਸੂਤੇ ਫਸ ਗਏ ਆ, ਕਰੋ ਕੁਝ। ਉਹ ਕਹਿੰਦੇ ਵੀ ਜੇ ਕੋਈ ਨੁਕਸਾਨ ਹੋਵੇ ਤਾਂ ਮੈਂ ਜ਼ਿੰਮੇਵਾਰ ਨਹੀਂ ਆ, ਕੱਲ ਨੂੰ ਇਹ ਨਾ ਕਹੋ ਵੀ ਬੰਦਗੀ ਕਰਕੇ ਨੁਕਸਾਨ ਹੋਇਆ। ਉਹਨਾਂ ਨੇ ਚੇਲਿਆਂ ਨਾਲ ਗੱਲ ਕੀਤੀ, ਉਹ ਆਪਣੀ ਅੜੀ ਤੇ ਜਿੱਦ ਨੂੰ ਮਹਾਰਾਜ ਨੇ ਮਨ ਮਤ ਆਖਿਆ, ਮਨ ਕੀ ਮਤ ਤਿਆਗੋ ਹਰ ਜਨ। ਪਰ ਨਾਲ ਇਹ ਵੀ ਗੱਲ ਆ ਵੀ ਇਹ ਬਾਤ ਔਖੀ ਗੱਲ ਹੈ, ਛੱਡ ਕੇ ਰਾਜੀ ਕੋਈ ਨਹੀਂ। ਤਾਂ ਮਹਾਰਾਜ ਜੀ ਨੇ ਆ ਕੇ ਗੱਲ ਕੀਤੀ, ਉਹ ਬਸ ਜਿੱਦਾਂ ਪੜ੍ਹਾਏ ਸੀ ਉਦਾਂ ਹੀ ਬੋਲੇ। ਤਾਂ ਖੁਦਾ ਨੇ ਆਖਿਆ ਵੀ ਤੁਸੀਂ ਇਦਾਂ ਕਰੋ ਵੀ 7 ਤਵੇ ਬਣਾਓ, 7 ਧਾਤਾਂ ਦੇ, ਜਿਨ੍ਹਾਂ ਨੂੰ ਕੋਈ ਤੋੜ ਨਾ ਸਕੇ, ਜਿਨ੍ਹਾਂ ਨੂੰ ਕੋਈ ਵਿੰਨ ਨਾ ਸਕੇ। ਹੁਣ ਆ ਜਿਹੜੀ ਗੱਲ ਆ ਇਹ ਸਿਰਫ ਯਕੀਨ ਵਾਲੀ ਆ, ਆਮ ਬੰਦਾ ਸੁਣੂ ਉਹਨੇ ਕਹਿਣਾ ਹੋ ਨਹੀਂ ਸਕਦੀ। ਆ ਜਿਹੜੀ ਮੈਂ ਗੱਲ ਕਰ ਲੱਗਾ ਨਾ, ਆਪਣੇ ਧਰਮ 'ਚ ਵੀ ਬੜੇ ਕਿੰਤੂ ਪਰੰਤੂ ਹੋਣ ਲੱਗ ਪਏ। ਉਹ ਕਹਿੰਦੇ ਵੀ ਸੂਈ ਦੇ ਨੱਕੇ ਜਿੰਨਾ ਛੇਕ ਕਰਨਾ ਵਾ, 7 ਧਾਤਾਂ ਦੇ ਤਵਿਆਂ ਦੇ ਵਿੱਚ ਸੂਈ ਦੇ ਨੱਕੇ ਜਿੰਨਾ ਛੇਕ ਕਰ, ਉਹਦੇ ਵਿੱਚ ਦੀ ਜਿੰਨਾ ਕੁ ਮੈਂ ਦੇਖ ਸਕਾਂ ਦੇਖ ਲਓ, ਤੇ ਜੇ ਕਿਸੇ ਦਾ ਨੁਕਸਾਨ ਹੋਇਆ ਤੇ ਮੇਰੇ ਤੇ ਦੋਸ਼ ਕੋਈ ਨਹੀਂ। ਹੁਣ ਆ ਸੂਈ ਦੇ ਨੱਕੇ ਵਾਲੀ ਗੱਲ ਇਹ ਯਹੂਦੀ ਧਰਮ ਮੰਨਦਾ, ਤੇ ਤੁਸੀਂ ਮਹਾਰਾਜ ਨੂੰ ਮੰਨਦੇ ਹੀ ਨਹੀਂ। 10ਵੇਂ ਪਾਤਸ਼ਾਹ ਨੇ ਸਭ ਕੁਝ ਕਰਕੇ ਵਿਖਾਇਆ, ਉਹ ਮੰਨੀ ਜਾਂਦੇ ਆ। ਈਸਾਈ ਧਰਮ ਕਹਿੰਦਾ ਇੱਕ ਵਾਰੀ ਨਾ ਪਾਣੀ ਆ ਗਿਆ ਸਾਰੀ ਦੁਨੀਆ ਤੇ। ਉਹ ਕਿਸੇ ਨੇ ਪੁੱਛਿਆ ਫਾਦਰ ਸਾਹਿਬ ਸਾਰੀ ਦੁਨੀਆ ਤੇ? ਆਹੋ ਕਹਿੰਦਾ ਸਾਰੀ ਦੁਨੀਆ ਤੇ। ਉਹ ਬੰਦਾ ਬੜਾ ਤਿੱਖਾ ਸੀ, ਉਹਨੇ ਆਖਿਆ ਸਾਡੇ ਇੱਧਰ ਉਦੋਂ ਮਹਾਤਮਾ ਬੁੱਧ ਹੋਣੀ ਰਹਿੰਦੇ ਸੀ, ਫਿਰ ਤੇ ਉਹ ਵੀ ਡੁੱਬ ਜਾਣੇ, ਉਹ ਤੇ ਚੰਗੇ ਭਲੇ ਰਹੇ, ਤੇ ਤੂੰ ਇਹ ਕਿਦਾਂ ਕਹਿੰਦਾ ਵੀ ਸਾਰੀ ਦੁਨੀਆ ਤੇ ਪਾਣੀ ਆਇਆ? ਕੋਈ ਜਵਾਬ ਨਹੀਂ, ਖੰਡਨ ਹੋ ਗਈ ਗੱਲ। ਈਸਾਈ ਧਰਮ ਕਹਿੰਦਾ ਸਾਰੀ ਦੁਨੀਆ ਤੇ ਨੂਹ ਦਾ ਤੂਫਾਨ ਆਇਆ, ਇੱਧਰ ਦੇ ਹਿੰਦੁਸਤਾਨ 'ਚ ਕਿਤੇ ਨਹੀਂ ਆਇਆ। ਉਹ ਤੇ ਗੱਲ ਗਲਤ ਹੋ ਗਈ ਨਾ, ਫਿਰ ਗਲਤ ਸਾਬਤ ਹੋ ਗਈ। ਪਰ ਈਸਾਈ ਧਰਮ ਆਪਣੇ ਯਕੀਨ ਨੂੰ ਉਦਾਂ ਹੀ ਮੰਨਦਾ, ਤੇ ਅੱਧੀ ਦੁਨੀਆ ਤੋਂ ਵੱਧ ਉਹਨਾਂ ਈਸਾਈ ਬਣਾ ਦਿੱਤੇ, ਜਿਹਨੂੰ ਹਿੰਦੁਸਤਾਨ ਦੇ ਵਿਦਵਾਨ ਨਹੀਂ ਮੰਨਦੇ। ਤੇ ਸਾਡੇ ਗੁਰੂ ਸਾਹਿਬ ਨੇ ਸਭ ਕੁਝ ਹੱਥੀਂ ਕਰਕੇ ਵਿਖਾਇਆ, ਤੇ ਆ ਸਾਡੇ 2.5 ਕਰੋੜ ਸਿੱਖ ਹੀ ਨਹੀਂ ਮੰਨਣ ਦੇ। ਕੀ ਕਰੋਗੇ? ਧਰਮ ਕੀ ਫਲਾਉਣਾ ਜਦੋਂ ਤੁਸੀਂ ਆਪਣੇ ਯਕੀਨ ਨੂੰ ਹੀ ਨਹੀਂ ਮੰਨਦੇ। ਇੱਕ ਨਵੀਂ ਗੱਲ ਚੱਲੀ, ਕਹਿੰਦੇ ਜੀ ਰੱਬ ਨਹੀਂ ਹੁੰਦਾ, ਕੁਦਰਤ ਆ। ਇਹ ਚੱਲੀ ਕਿ ਨਹੀਂ? ਕਿਸੇ ਨੇ ਆ ਨਵੀਂ ਗੱਲ ਚਲਾਤੀ, ਰੱਬ ਨਹੀਂ ਆ ਕੁਦਰਤ ਆ। ਮੈਂ ਕਿਹਾ ਭਰਾਵਾ ਜਿੰਨਾ ਚਿਰ ਰਹਿਰਾ ਸਾਹਿਬ ਪੜ੍ਹਦੇ ਉਹਨਾਂ ਚਿਰ ਤਾਂ ਨਹੀਂ ਮੰਨਣੀ ਕਿਸੇ ਨੇ, ਜਾਂ ਤੇ ਰਹਿਰਾ ਸਾਹਿਬ ਬੰਦ ਕਰਾ ਲਓ। ਕਹਿੰਦਾ ਕਿਉਂ? ਮੈਂ ਕਿਹਾ ਉਹ 'ਚ ਪਹਿਲਾਂ ਰਾਗੀ ਹੇਕ ਲਾ ਕੇ ਪੜ੍ਹਦਾ ਬਲਹਾਰੀ ਕੁਦਰਤ, ਉਹ ਕਿੱਥੋਂ ਬੰਦ ਕਰਾਵੇਂਗਾ? ਵੀ ਜਿਹੜਾ ਕੁਦਰਤ ਦੇ ਵਿੱਚ ਬੈਠਾ ਵਾ, ਜਿਹਨੂੰ ਕਾਦਰ ਕਿਹਾ ਜਾਂਦਾ ਵਾ, ਉਹ ਕਿੱਥੋਂ? ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਆ ਉਹਨਾਂ ਚਿਰ ਤੇਰਾ ਕੁਦਰਤਵਾਦ ਨਹੀਂ ਚੱਲਣਾ, ਰੱਬਵਾਦ ਹੀ ਚੱਲੂਗਾ। ਕਿਉਂ? ਬਾਣੀ ਦੇ ਵਿੱਚ ਭਗਤ ਜੀ ਜਾਂ ਬਾਣੀ ਕੀ ਕਹਿੰਦੀ ਸਾਰੀ? ਅਵਲ ਅੱਲਾਹ। ਜਿਹੜੀ ਪੰਕਤੀ ਤੁਹਾਨੂੰ ਆਉਂਦੀ ਉਹ ਤੇ ਬੋਲਦਿਆ ਕਰੋ, ਮੇਰਾ ਤੇ ਸੰਗ ਬਹਿ ਚੱਲਿਆ। ਅਵਲ ਅੱਲਾਹ ਕੁਦਰਤ ਕੇ ਸਭ ਬੰਦੇ। ਅੱਗੇ ਕੀ ਆਉਂਦਾ? ਏਕ ਨੂਰ ਤੇ ਕੌਣ ਭਲੇ,
ਅਵਲ ਕੀ ਆ? ਅਵਲ ਦਾ ਅਰਥ ਕੀ ਹੁੰਦਾ? ਅਵਲ, ਅਵਲ ਮੈਨੇ ਪਹਿਲ, ਪਹਿਲਾਂ ਕੌਣ ਆ? ਅੱਲਾ, ਰੱਬ। ਤੇ ਫਿਰ ਕੁਦਰਤ ਆ? ਉਹ ਨਹੀਂ ਕਹਿੰਦੇ, ਨਹੀਂ ਨਹੀਂ ਨਹੀਂ। ਫਿਰ ਕੀ ਆ? ਨੂਰ। ਨੂਰ ਕਹਿੰਦੇ ਆਤਮਾ ਨੂੰ, ਐਨਰਜੀ ਨੂੰ, ਸ਼ਕਤੀ ਨੂੰ, ਜਿਹੜੀ ਸਰੀਰਾਂ 'ਚ ਦੇਖਦੀ ਸੁਣਦੀ ਹੈ। ਤੇਰੀ ਕੁਦਰਤ ਤੀਜੇ ਥਾਂ ਤੇ ਬੈਠੀ ਆ। ਅਵਲ ਅੱਲਾਹ, ਨੂਰ ਉਪਾਇਆ, ਐਨਰਜੀ, ਕੁਦਰਤ, ਸ਼ਕਤੀ। ਇਹ ਤੇ ਬੜੀ ਦੂਰ ਦੀ ਗੱਲ ਹੈ। ਪਹਿਲਾਂ ਖੁਦਾ, ਫਿਰ ਆਤਮਾ, ਫਿਰ ਪੰਜਾਂ ਤੱਤਾਂ ਤੋਂ ਕੁਦਰਤ। ਮੈਨੇ ਪੰਜ ਤੱਤ, ਪੰਜਾਂ ਤੱਤਾਂ ਤੋਂ ਕੀ ਬਣਿਆ? ਸਰੀਰ, ਭਾਂਡਾ। ਤੀਜੇ ਥਾਂ ਤੇ ਆਤਮਾ ਹੋਵੇ ਨਾ ਤੇ ਸਰੀਰ ਕੀ ਕਰੂਗੀ? ਹੁਣ ਤੁਸੀਂ ਦੱਸੋ। ਤਾਂ ਫਿਰ ਮਹਾਰਾਜ ਕਹਿੰਦੇ ਏਕ ਨੂਰ ਤੇ ਸਭ ਜਗ ਉਪਜਿਆ। ਸਾਰੇ ਇੱਕ ਆਤਮਾ ਤੋਂ ਪੈਦਾ ਹੋ ਰਹੇ ਆ। ਹੁਣ ਤੁਸੀਂ ਕਿੱਦਾਂ ਮੰਨੋਗੇ? ਮੈਨੂੰ ਤੇ ਸਮਝ ਨਹੀਂ ਆਉਂਦੀ। ਮੈਨੂੰ ਤਾਂ ਇੱਥੋਂ ਤੱਕ ਭਰੋਸਾ ਵੀ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕੀਤਾ। ਜੇ ਪਾਠ ਕੀਤਾ ਹੋਵੇ ਤੇ ਇਹੋ ਜਿਹੀਆਂ ਗੱਲਾਂ ਕਰਨੋਂ ਹਟ ਜਾ। ਕੀਤਾ ਨਹੀਂ, ਇੱਕ ਵਾਰੀ ਵੀ ਨਹੀਂ ਇਹਨਾਂ ਗੁਰੂ ਗ੍ਰੰਥ ਸਾਹਿਬ ਸਾਰਾ ਵੇਖਿਆ ਵੀ ਨਹੀਂ ਵੀ ਕੀ ਲਿਖਿਆ ਵਾ। ਬਸ ਸੁਣਾਉਣ ਵਾਲੇ ਜੋ ਸੁਣਾਈ ਜਾਂਦੇ ਉਹ ਸੁਣੀ ਜਾਂਦੇ। ਇੱਕ ਵਾਰੀ ਵੀ ਨਹੀਂ ਵੇਖਿਆ। ਜਿਹਨੇ ਇੱਕ ਵਾਰੀ ਵੀ ਵੇਖ ਲਿਆ ਉਹਨੂੰ ਪਤਾ ਹੈ ਇਹੋ ਜੀ ਗੱਲ ਚੱਲਣੀ ਨਹੀਂ। ਉਹਨਾਂ ਨੇ ਮੂਲ ਮੰਤਰ ਦੇ ਅਰਥ ਕੀਤੇ। ਆਪਾਂ ਕਹਿੰਦੇ ਇੱਕ ਓੰਕਾਰ, ਇੱਕ ਰੱਬ ਹੈ। ਉਹ ਕਹਿੰਦੇ ਇੱਕ ਕੁਦਰਤ ਹੈ। ਇੱਥੋਂ ਹੀ ਪਹਿਲਾਂ ਗੱਲ ਗਲਤ ਹੋ ਗਈ। ਕੁਦਰਤ ਇੱਕ ਨਹੀਂ ਆ, ਰੱਬ ਇੱਕ ਹੈ। ਇੱਕ ਹੈ ਰੂਪ, ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ। ਅੰਡਜ, ਜੇਰਜ, ਸੇਤਜ, ਉਤਪਜ। ਚਾਰ ਹੋ ਗਈਆਂ ਨਾ। ਕੁਦਰਤ ਇੱਕ ਨਹੀਂ ਮੰਨੀ ਜਾਂਦੀ। ਉਹ ਕਹਿੰਦੇ ਸਤਨਾਮ। ਆਪਾਂ ਕਹਿੰਦੇ ਰੱਬ ਸੱਚਾ ਹੈ। ਉਹ ਕਹਿੰਦੇ ਜੀ ਕੁਦਰਤ ਸੱਚੀ ਹੈ। ਤੇ ਮੰਗਲ ਗ੍ਰਹਿ ਤੇ ਫਿਰ ਕੀਰਤਨ ਸੋਲਾ ਪੜਿਆ ਪਿਆ ਅਜੇ ਤੱਕ ਤੇ ਉੱਥੇ ਹਰੀ ਨਹੀਂ ਹੋਈ। ਮੰਗਲ ਗ੍ਰਹਿ ਤੇ ਅਜੇ ਤੱਕ ਨਹੀਂ ਬਣੀ ਹੈ। ਇੱਥੇ ਹੀ ਆ ਬਸ। ਰੱਬ ਉੱਥੇ ਵੀ ਆ। ਰੋਮ ਰੋਮ ਹੈ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ। ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡਾਂ ਦਾ ਨਿਵਾਸ ਆ। ਕੀ ਕਰੋਗੇ ਉੱਥੇ? ਕਿਹੜੇ ਅਰਥ ਕਰੋਗੇ ਤੁਸੀਂ? ਆਮ ਸੰਗਤ ਦੇ ਸਮਝ ਨਹੀਂ ਪੈਣੀ ਵੀ ਇਹ ਕਿਹੜਾ ਵਿਸ਼ਾ ਲੈ ਕੇ ਬਹਿ ਗਿਆ। ਜਿਹੜੇ ਬਹੁਤਾ ਗੁਰਮਤ ਨੂੰ ਸੁਣਦੇ ਉਹਨਾਂ ਨੂੰ ਪਤਾ ਲੱਗਣਾ। ਕਰਤਾ ਪੁਰਖ, ਰੱਬ ਸਭ ਕੁਝ ਕਰਨ ਵਾਲਾ ਵਾ। ਰੱਬ ਬਣਾਉਣ ਵਾਲਾ। ਉਹ ਕਹਿੰਦੇ ਕੁਦਰਤ ਬਣਾਉਣ ਵਾਲੀ। ਫਰਕ ਇੰਨਾ ਕਾ ਰੱਬ ਦੀ ਤਾਕਤ ਲੈ ਕੇ ਕੁਦਰਤ ਬਣਾਉਣ ਵਾਲੀ, ਪਰ ਤੂੰ ਰੱਬ ਨੂੰ ਵਿੱਚੋਂ ਨਾ ਕੱਢ। ਅੱਗੇ ਕੀ ਆ ਗਿਆ ਜੀ? ਕਰਤਾ ਪੁਰਖ ਨਿਰਭਉ। ਮੂਲ ਮੰਤਰ ਤੇ ਆਉਂਦਾ ਹੀ ਹੋਊਗਾ ਸਾਰਿਆਂ ਨੂੰ। ਨਿਰਭਉ ਨਿਰਵੈਰ। ਕੁਦਰਤ ਨਿਰਭਉ। ਆਪਾਂ ਕਹਿੰਦੇ ਰੱਬ ਨਿਰਭਉ ਆ। ਕੁਦਰਤ ਨਿਰਵੈਰ ਆ। ਆਹ ਤੇ ਗੱਲਾਂ ਉੱਕੀ ਝੂਠ ਆ। ਤੇ ਝੂਠ ਜਦੋਂ ਜੰਮਿਆ ਵੀ ਨਹੀਂ ਹੋਊਗਾ ਉਹਨੂੰ ਵੀ ਸ਼ਰਮ ਆਉਂਦੀ ਹੋਣੀ। ਜੇ ਕੁਦਰਤ ਨਿਰਵੈਰ ਆ ਤੇ ਫਿਰ ਕੋਈ ਵਿਚਾਰਾ ਲੱਤਾਂ ਤੋਂ ਹੀਣਾ, ਕੋਈ ਬਾਹਾਂ ਤੋਂ ਹੀਣਾ, ਕੋਈ ਦਿਮਾਗ ਵਿਕਸਿਤ ਨਹੀਂ, ਕੋਈ ਮਸ਼ੀਨਾਂ 'ਚ ਪਿਆ, ਕੋਈ ਬੱਚਾ ਜੰਮਿਆ। ਬੇਇਨਸਾਫੀ ਕਿਉਂ ਆ? ਜੇ ਨਿਰਵੈਰ ਆ ਤੇ। ਜੇ ਨਿਰਵੈਰ ਆ ਤੇ ਫਿਰ ਬਰਾਬਰ ਜੰਮਣ। ਗਰੀਬ ਅਮੀਰ ਕਿਉਂ ਜੰਮਦੇ? ਫਿਰ ਕੀ ਕਹਿਣਗੇ? ਫਿਰ ਕਹਿਣਗੇ ਜੀ ਕਰਮਾਂ ਦੀ ਗੱਲ। ਜਿਹੜੇ ਕੁਦਰਤ ਨੂੰ ਮੰਨਦੇ ਉਹ ਤੇ ਕਹਿੰਦੇ ਅਗਲਾ ਜਨਮ ਹੀ ਨਹੀਂ ਹੁੰਦਾ। ਇੱਥੇ ਕਹਾਣੀ ਖਤਮ। ਤੇ ਫਿਰ ਕਰਮ ਕਿੱਥੋਂ ਸਿਰ ਤੇ ਚੁੱਕ ਕੇ ਲੈ ਕੇ ਆਇਆ? ਇਹਦਾ ਮਤਲਬ ਮੰਨਣਾ ਪਊਗਾ ਮਰਨ ਤੋਂ ਬਾਅਦ ਵੀ ਕੋਈ ਚੀਜ਼ ਰਹਿੰਦੀ ਹੈ। ਇੱਥੇ ਤੇ ਜਮਾਂ ਹੀ ਬੇੜਾ ਗਰਕ ਹੋ ਜਾਂਦਾ। ਕੁਦਰਤਵਾਦ ਖਤਮ ਹੋ ਜਾਂਦਾ ਹੈ। ਹੁਣ ਕਹਿੰਦੇ ਜੀ ਚਲੋ ਗੱਲ ਨਬੇੜਾ। ਕਹਿੰਦੇ ਆਦ ਸੱਚ ਜੁਗਾਦ ਸੱਚ। ਕੁਦਰਤ ਪਹਿਲਾਂ ਵੀ ਸੱਚੀ ਸੀ, ਕੁਦਰਤ ਹੁਣ ਵੀ ਸੱਚੀ, ਕੁਦਰਤ ਗਾਂ ਵੀ ਸੱਚੀ। ਮਹਾਰਾਜ ਕਹਿੰਦੇ ਅਰਬਦ ਨਰਬਦ ਧੁੰਦੂਕਾਰਾ ਉਦੋਂ ਕਿੱਥੇ ਗਈ ਸੀ? ਅਗਲੀ ਪੰਕਤੀ ਅਸ਼ੁੱਧ ਸ਼ਾਇਦ ਮੇਰੇ ਮੂੰਹ ਨਿਕਲ। ਧਰਨ ਗਗਨ ਪਸਾਰਾ ਉਦੋਂ ਕਿੱਥੇ ਗਈ ਸੀ? ਅਕੱਥੀ ਕਥੋ ਚੈਨ ਨਹੀਂ ਕੋਈ। ਉਦੋਂ ਕਿੱਥੇ ਸੀ? ਪੂਰ ਰਿਹਾ ਮਨ ਭਾਏ ਦਾ। ਉਦੋਂ ਜਦੋਂ ਚੌਂਕੜਾ ਮਾਰ ਕੇ ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ।
ਜਦੋਂ ਕੁਝ ਵੀ ਨਹੀਂ ਸੀ, ਜਿਵੇਂ ਕਿਸੇ ਨੇ ਆਖਿਆ ਵੀ ਰਾਤ ਨੂੰ ਸੜਕ ਤੇ ਕੋਈ ਵੀ ਨਹੀਂ ਸੀ, ਰਾਤ ਨੂੰ ਸੜਕ ਤੇ ਕੋਈ ਵੀ ਨਹੀਂ ਸੀ, ਉਹ ਕਹਿੰਦਾ ਨਾ ਥਾਪੀ ਦਿੱਤੀ, ਕਹਿੰਦਾ ਤੂੰ ਤੇ ਸੀ ਜਿਹੜਾ ਦੱਸਦਾ। ਜਬ ਆਕਾਰ ਕਛ ਨਾ ਦ੍ਰਿਸ਼ਟੇਤਾ, ਜਦੋਂ ਕੁਝ ਵੀ ਨਹੀਂ ਸੀ ਤੇ ਜਿਹੜਾ ਦੱਸਣ ਵਾਲਾ ਸੀ ਉਹ ਤੇ ਵਾਹਿਗੁਰੂ ਸੀ ਨਾ, ਫਿਰ ਪਰਮਾਤਮਾ ਸੀ। ਇਸ ਕਰਕੇ ਕੁਦਰਤਵਾਦ ਤੇ ਉਹ ਇੱਟਾਂ ਖਿਲਾਰਾਂਗੇ ਨਾ ਜੇ ਕਿਤੇ ਸਟੇਜ ਤੇ ਇਕੱਠੇ ਹੋ ਗਏ। ਇਹ ਕਰਕੇ ਗੁਰਬਾਣੀ ਦੇ ਗਲਤ ਅਰਥ ਕਰਨੇ ਬੜੀ ਮਾੜੀ ਗੱਲ। ਆਪਣੀ ਮਤ ਮੁਤਾਬਕ ਜੋ ਗੁਰੂ ਕਹਿੰਦਾ ਉਦਾਂ ਕਰ। ਇੱਕ ਓਂਕਾਰ ਦਾ ਅਰਥ ਨਹੀਂ ਸਮਝ ਆਉਂਦਾ, ਅੱਗੇ ਸਹਿਜ ਪਾਠ ਕਰੋ, ਉੱਥੇ ਸੁਖਮਣੀ ਸਾਹਿਬ ਜਾਊਗਾ, ਇੱਕੋ ਹੈ ਭਾਈ, ਇੱਕੋ ਹੈ, ਨਾ ਮੰਨੋ ਕਿਸੇ ਦੀ ਬਾਣੀ ਦੀ ਤੇ ਮੰਨੋ ਸਾਹਿਬ ਮੇਰਾ ਇੱਕੋ ਹੈ। ਇਹ ਜਿਹੜਾ ਕੁਦਰਤਵਾਦ ਆ ਇਹ ਡਾਰਵਿਨ ਦਾ ਵਾ। ਡਾਰਵਿਨ ਇੱਕ ਵਿਦਵਾਨ ਹੋਇਆ ਜਿਹਨੇ ਅਖੀਰਲੇ ਸਮੇਂ ਦੇ ਵਿੱਚ ਉਹਦੀ ਥਿਊਰੀ ਪੜ੍ਹਾਈ ਜਾਂਦੀ ਕਲਾਸਾਂ ਦੇ ਵਿੱਚ, ਥਿਊਰੀ ਆਫ ਐਵੋਲੂਸ਼ਨ, ਡਾਰਵਿਨ ਦੀ ਥਿਊਰੀ। ਉਹ ਕਹਿੰਦਾ ਪਹਿਲਾਂ ਸਾਰੇ ਪੌਦੇ ਇੱਕ ਸੀ, ਫਿਰ ਵਾਤਾਵਰਨ ਸਥਿਤੀ ਬਦਲਣ ਕਰਕੇ, ਜਗ੍ਹਾ ਬਦਲਣ ਕਰਕੇ ਭੇਦ ਹੋਏ। ਉਹ ਲਿਖਦੇ ਨੇ, ਡਾਰਵਿਨ ਸਾਹਿਬ ਬੜੇ ਚੰਗੇ ਵਿਦਵਾਨ ਹੋਏ। ਉਹ ਤੁਸੀਂ ਸੁਣਿਆ ਹੋਊਗਾ ਵੀ ਬੰਦਾ ਜਿਹੜਾ ਬਾਂਦਰ ਤੋਂ ਬਣਿਆ, ਇਹ ਡਾਰਵਿਨ ਦਾ ਸਿਧਾਂਤ ਆ, ਇਹ ਡਾਰਵਿਨ ਸਾਹਿਬ ਦੀ ਥਿਊਰੀ ਹੈ। ਉੱਥੇ ਫਿਰ ਡਾਰਵਿਨ ਸਾਹਿਬ ਦਾ ਅਗਲਾ ਸਿਧਾਂਤ ਆ ਵੀ ਇੱਥੇ ਮਾੜਾ ਬੰਦਾ ਰਹਿ ਨਹੀਂ ਸਕਦਾ, ਸੰਘਰਸ਼ੀਲ ਬੰਦਾ ਰਹਿ ਸਕਦਾ ਵਾ, ਡਾਰਵਿਨ ਦੀ ਥਿਊਰੀ। ਇੱਧਰ ਗੁਰਬਾਣੀ ਕੀ ਕਹਿੰਦੀ ਆ? ਇੱਧਰ ਕਹਿੰਦੇ ਤੂੰ ਮਾੜਾ ਬਣ ਜਾ, ਗਰੀਬ ਹੋ ਜਾ, ਨਿਮਰਤਾ ਜਾ, ਤੈਨੂੰ ਸਭ ਕੁਝ ਦੇ ਦਾਂਗੇ, ਗਰੀਬ ਨਵਾਜ ਗੁਸਈਆਂ ਮੇਰਾ ਮਾਥੇ ਛਤਰ ਧਰੇ। ਡਾਰਵਿਨ ਦੀ ਥਿਊਰੀ ਕਹਿੰਦੀ ਆ ਸਮੇਂ ਦੇ ਨਾਲ ਬਦਲ ਜਾਓ, ਜੇ ਬਚਣਾ ਚਾਹੁੰਦੇ ਹੋ ਠੀਕ ਆ, ਬਿਲਕੁਲ ਪੁਰਾਣੀਆਂ ਰੋਹ ਰੀਤਾਂ ਛੱਡੋ, ਪੁਰਾਣੇ ਕਰਮ ਕਾਂਡ ਛੱਡੋ। ਔਰ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਹੁਣ ਤੁਸੀਂ ਕੇਸ ਰੱਖਣਾ ਹੀ ਛੱਡ ਦਿਓ, ਹੁਣ ਤੁਸੀਂ ਅੰਮ੍ਰਿਤ ਛਕਣਾ ਹੀ ਛੱਡ ਦਿਓ। ਫਿਰ ਇੱਕ ਹੋਰ ਵਿਦਵਾਨ ਉੱਠਿਆ, ਜਿਹੜੀ ਸੁਣੀ ਸੁਣਾਈ ਗੱਲ ਹੁੰਦੀ ਨਾ ਇਹ ਨਹੀਂ ਕਰਨੀ ਚਾਹੀਦੀ, ਇਹ ਲੈ ਕੇ ਬਹਿ ਜਾਂਦੀ ਹੈ, ਬੇਇੱਜ਼ਤੀ ਬਹੁਤ ਕਰਾਉਂਦੀ, ਜਾਂ ਪਹਿਲਾਂ ਪੜ੍ਹਨਾ ਚਾਹੀਦਾ। ਚਾਰ ਬੰਦਿਆਂ ਗੱਲ ਕੀਤੀ, ਸੁਣ ਕੇ ਉਹ ਉੱਥੇ ਸੁਣਾਤੀ, ਉਹਦਾ ਕੋਈ ਮੁੱਲ ਨਹੀਂ ਹੁੰਦਾ। ਹੁਣ ਅਗਲੀ ਗੱਲ ਸੁਣੋ, ਕਹਿੰਦੇ ਰੱਬ ਨੇ ਦੁਨੀਆ ਨਹੀਂ ਬਣਾਈ, ਗੈਸਾਂ ਦਾ ਧਮਾਕਾ ਹੋਇਆ ਫੇਰ ਦੁਨੀਆ ਬਣੀ। ਮੰਨਦੇ ਕਿ ਨਹੀਂ? ਇਹਨੂੰ ਸਾਇੰਸ ਕਹਿੰਦੀ ਹੈ ਬਿਗ ਬੈਂਗ ਥਿਊਰੀ, ਵੱਡਾ ਧਮਾਕਾ ਸਿਧਾਂਤ। ਇਹ ਸਾਇੰਸ ਮੁਤਾਬਕ ਅੱਜ ਨਵੀਂ ਖੋਜ ਹੋ ਚੁੱਕੀ ਹੈ ਜੀ। ਉਹ ਕਹਿੰਦੇ ਇਹਦੇ ਤੋਂ ਪਹਿਲਾਂ ਵੀ ਇੱਕ ਕਾਲਾ ਛੇਕ ਆ ਜਿਹਨੂੰ ਕਹਿੰਦੇ ਬਲੈਕ ਹੋਲ, ਆਖੋ ਸਤਨਾਮ। ਕੀ ਕਰੋਗੇ? ਸੁਣੀ ਸੁਣਾਈ ਗੱਲ ਸਟੇਜ ਤੇ ਕਰੋਗੇ ਤੇ ਬੇਇੱਜ਼ਤੀ ਬਹੁਤ ਜ਼ਿਆਦਾ ਹੋਊਗੀ। ਆਪਣੇ ਗੁਰੂ ਨੂੰ ਕੱਟੋਗੇ ਤੇ ਪੱਲੇ ਕੀ ਰਹੂਗਾ? ਇੱਕ ਹੋਰ ਮੈਂ ਗੱਲ ਪਤੇ ਦੀ ਦੱਸਾਂ, ਕਹਿ ਕੇ ਅੱਗੇ ਤੁਰਾਂ। ਹਜ਼ਰਤ ਮੂਸਾ ਸਾਹਿਬ ਦੇ ਦਰਸ਼ਨ ਕਰਨੇ, ਆਪਾਂ ਵਿੱਚੇ ਨਾ ਰਹਿ ਜੇ। ਐਕਸ਼ਨ ਤੋਂ ਬਿਨਾਂ ਰਿਐਕਸ਼ਨ ਨਹੀਂ ਕਦੀ ਹੁੰਦਾ। ਇਹ ਹੁਣ ਥੋੜਾ ਜਿਹਾ ਜਿਹੜੇ ਪੜ੍ਹੇ ਲਿਖੇ ਹੋਣਗੇ, ਐਕਸ਼ਨ ਤੋਂ ਬਿਨਾਂ ਰਿਐਕਸ਼ਨ ਕਦੀ ਨਹੀਂ ਹੋ ਸਕਦਾ। ਜੇ ਮੰਨ ਲਈਏ ਵੀ ਗੈਸਾਂ ਦੇ ਧਮਾਕੇ ਨੇ ਸੰਸਾਰ ਬਣਾਇਆ, ਤੇ ਧਮਾਕਾ ਕੀਤਾ ਕਿੰਨੇ ਆ, ਵਿੱਚ એનર્ਜੀ ਕਿੰਨੇ ਪਾਈ? ਇੱਥੇ ਫੇਲ ਜੇ ਸਾਰੇ। ਕੀ ਕਰਾਂਗੇ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੈਂ ਗੁਰੂ ਦਾ ਨਾਂ ਲੈ ਕੇ ਗੁਰੂ ਦੀ ਮਿੱਟੀ ਪੁੱਟੀ ਜਾਂਦਾ। ਇਹਦਾ ਜਵਾਬ ਅਜੇ ਤੱਕ ਨਹੀਂ ਕੋਈ ਦੇ ਸਕਿਆ। ਦੇਣਾ ਵੀ ਕਿਉਂ? ਸੁਣੀ ਸੁਣਾਈ ਗੱਲ ਕਰ ਦਿੰਦੇ। ਰਹੋ ਵਿਚਾਰ। ਤਾਂ ਇੱਥੇ ਬੇਨਤੀ ਕਰਾਂ, ਹਜ਼ਰਤ ਮੂਸਾ ਸਾਹਿਬ ਨੇ ਖੁਦਾ ਦੇ ਨਾਲ ਗੱਲ ਤੈਅ ਕੀਤੀ ਵੀ ਤੂੰ ਦਰਸ਼ਨ ਦੇ। ਉਹ ਨਹੀਂ ਆਖੇ ਲੱਗਦੇ ਮੇਰੇ। ਹਜ਼ਰਤ ਸਾਹਿਬ ਨੇ ਆਖਿਆ ਵੀ ਤੁਸੀਂ ਫਲਾਣੇ ਪਹਾੜ ਤੇ ਆ ਜਾਓ। ਉਸ ਪਹਾੜ ਤੇ ਆ ਕੇ ਤੁਸੀਂ ਆਪਦੇ ਤਵੇ ਤੁਵੇ ਪ੍ਰਬੰਧ ਕਰ ਲਓ। ਆ ਗਏ ਜੀ, ਜੋ ਉਹਨਾਂ ਦੇ ਲਿਖਿਆ ਯਹੂਦੀ ਧਰਮ 'ਚ ਜੋ ਲਿਖਿਆ ਉਹਨਾਂ ਦੇ।
ਜਦੋਂ ਕਹਿੰਦੇ ਖੁਦਾ ਕਹਿੰਦਾ ਵੀ ਸਾਵਧਾਨ ਆਉਣ ਲੱਗਾ ਮੈਂ, ਤਾਂ ਕਹਿੰਦੇ ਉਹ ਸੂਈ ਦੇ ਨੱਕੇ ਦੇ ਛੇਕ ਥਾਣੀ ਐਸਾ ਜਲਾਲ ਪ੍ਰਗਟ ਹੋਇਆ, ਐਸਾ ਤੇਜ ਆਇਆ, ਉਹ 7 ਤਵੇ ਵੀ ਸੜ ਕੇ ਸਵਾਹ ਹੋਏ, ਉਹ ਚੇਲੇ ਵੀ ਸੜ ਕੇ ਸਵਾਹ ਹੋਏ, ਤੇ ਉਹ ਪਹਾੜ ਵੀ ਸੜ ਕੇ ਸਵਾਹ ਹੋਇਆ। ਉਸ ਸੜੇ ਹੋਏ ਪਹਾੜ ਦਾ ਸੁਰਮਾ ਬੀਬੀਆਂ ਅੱਖਾਂ 'ਚ ਪਾਉਂਦੀਆਂ। ਆਖੋ ਸਤਨਾਮ। ਕੋਹੇ ਤੂਰ ਨਾਮੇ ਪਹਾੜ, ਮਤਲਬ ਕਿ ਉਹਨਾਂ ਚਿਰ ਰੱਬ ਨਹੀਂ ਮਿਲਦਾ ਜਿੰਨਾ ਚਿਰ ਹੌਂ ਸੜ ਕੇ ਸਵਾਹ ਨਹੀਂ ਹੁੰਦੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼। ਤਾਂ ਮਹਾਰਾਜ ਜੀ ਕਹਿੰਦੇ ਨੇ ਵੀ ਨਾਮ ਜਪ। ਬਾਣੀ ਕਹਿੰਦੀ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਕਹੋ ਵਿਚਾਰ। ਤਾਂ ਸਤਿਗੁਰੂ ਜੀ ਕਹਿੰਦੇ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾ। ਜਿਹੜਾ ਵਾਹਿਗੁਰੂ ਦੇ ਗੁਣ ਗਾਵੇਗਾ ਉਹ ਇਸ ਸੰਸਾਰ ਰੂਪੀ ਸਮੁੰਦਰ ਨੂੰ ਸਾਧ ਸੰਗਤ ਜੀ ਤਰ ਜਾਵੇਗਾ। ਪਰ ਅੱਜ ਕੱਲ ਇਹਦੇ ਅਰਥ ਉਲਟ ਕੀਤੇ ਜਾ ਰਹੇ। ਬੇਨਤੀ ਕਰਨ ਜਾ ਰਿਹਾ ਹਾਂ, ਕੋਈ ਫਕੀਰ ਸੀ, ਧਿਆਨ 'ਚ ਬੈਠਾ, ਬੜਾ ਚਿਰ ਹੋ ਗਿਆ ਸੀ, ਦਰਖਤ ਥੱਲੇ ਬੈਠਾ ਰਹਿੰਦਾ ਸੀ। ਉੱਥੇ ਜੰਗਲ ਦੇ ਵਿੱਚ ਇੱਕ ਲੱਕੜਾਂ ਵੱਢਣ ਵਾਲਾ ਲੱਕੜਹਾਰਾ, ਉਹ ਵੀ ਬੜੇ ਚਿਰ ਤੋਂ ਹੀ ਫਕੀਰ ਦੇਖਦਾ ਸੀ ਵੀ ਬੜੀ ਮਿਹਨਤ ਕਰਦਾ ਹੈ। ਉਹ ਫਕੀਰ ਵੀ ਕਦੀ ਬੋਲਿਆ ਨਹੀਂ ਸੀ, ਅੱਜ ਉਹਨੂੰ ਤਰਸ ਆਇਆ। ਉਹਨੇ ਬੋਲ ਕੇ ਆਖਿਆ ਵੀ ਸੱਜਣਾ, ਇੱਕ ਗੱਲ ਕਰਨੀ ਤੇਰੇ ਨਾਲ। ਵੀ ਕਿੰਨੀ ਉਮਰ ਲੰਘ ਗਈ ਲੱਕੜਾਂ ਵੱਢਦੇ ਦੀ? ਕਹਿੰਦਾ ਮਹਾਰਾਜ ਬੜੀ। ਕਹਿੰਦਾ ਕਦੀ ਖਿਆਲ ਨਹੀਂ ਆਇਆ ਵੀ ਲੱਕੜਾਂ ਤੋਂ ਵੀ ਅੱਗੇ ਕੁਝ ਹੈ? ਕਹਿੰਦਾ ਨਹੀਂ ਜੀ, ਇਹੋ ਜੀ ਤੇ ਕੋਈ ਗੱਲ ਹੀ ਨਹੀਂ ਆਈ ਅਜੇ ਤੱਕ, ਲੱਕੜਾਂ ਤੋਂ ਵੀ ਅੱਗੇ ਹੈ। ਕਹਿੰਦਾ ਕੀ ਹੈ? ਉਹ ਕਹਿੰਦਾ ਐਵੇਂ ਕੋਲੇ ਬਣਾ ਕੇ ਵੇਚਦਾ ਵਾਂ, ਕੀ ਮਿਲਦਾ ਹੋਊਗਾ? 5 ਟਕੇ ਲੈ ਲੈਂਦਾ ਹੋਵੇਗਾ। ਰੋਟੀ ਰਜਵੀਂ ਮਿਲਦੀ? ਕਹਿੰਦਾ ਨਾ। ਕਹਿੰਦਾ ਫਿਰ ਥੋੜਾ ਜਿਹਾ ਅੱਗੇ ਜਾ, ਚੰਦਨ ਦਾ ਬਾਗ, ਚੰਦਨ ਦਾ ਬਾਗ ਆ। ਇੱਕ ਦਿਨ ਵੱਢੀ, ਹਫ਼ਤਾ ਸੁੱਖ ਦੇ ਨਾਲ ਰਹੀ, ਪਰਿਵਾਰ ਨੂੰ ਸੁੱਖ ਨਾਲ ਰੱਖੀ। ਜਾਂ ਮੈਨੂੰ ਵੇਖ ਕੇ ਤਰਸ ਆ ਗਿਆ, ਮੈਂ ਵੀ ਸਾਰੀ ਉਮਰ ਹੋ ਗਿਆ ਇੱਥੇ ਬਹਿਣਾ ਤੇ ਤੂੰ ਵੀ ਸਾਰੀ ਉਮਰ ਘਵਾੜਾ ਚੁੱਕੀ ਫਿਰਦਾ, ਇੱਥੇ ਹੀ ਰਹਿਣਾ। ਉਹਨੂੰ ਯਕੀਨ ਨਾ ਆਇਆ, ਕਿਉਂ ਬੰਦਾ ਸੋਚਦਾ ਹਰੇਕ ਬੰਦੇ ਦੀ ਥਿਊਰੀ ਪਤਾ ਕਿ ਮੇਰੇ ਤੋਂ ਵੱਧ ਤੈਨੂੰ ਕੀ ਪਤਾ। ਹਰ ਬੰਦਾ ਇਹਦੀ ਥਿਊਰੀ ਬਸ ਇੱਥੇ ਹੀ ਆ। ਇਹਨੂੰ ਬਾਣੀ ਕਹਿੰਦੀ ਆ, ਭਗਤ ਰਵਿਦਾਸ ਜੀ ਕਹਿੰਦੇ ਖੂਹ ਦਾ ਡੱਡੂ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਸੂ, ਤੈਸੇ ਮੇਰਾ ਮਨ ਵਿਖਿਆ ਬਿਮੋਹਿਆ, ਕਛ ਆਰਾ ਪਾਰ ਨਾ ਸੂ। ਖੂਹ ਦਾ ਡੱਡੂ ਸਮਝਦਾ ਜਿੰਨਾ ਖੂਹ 'ਚ ਪਾਣੀ ਆ ਨਾ, ਬਸ ਇਹੀ ਆ, ਬਾਹਰ ਤੇ ਕੱਖ ਵੀ ਨਹੀਂ। ਹੁਣ ਉਹਨੂੰ ਕਿਹੜਾ ਦੱਸੇ ਵੀ ਇੱਥੇ 7 ਸਮੁੰਦਰ ਨੇ ਜਿਨ੍ਹਾਂ ਦਾ ਕੋਈ ਆਦ ਅੰਤ ਹੀ ਨਹੀਂ ਆਉਂਦਾ ਹੈ, ਜਿਨ੍ਹਾਂ ਦੀ ਡੂੰਘਾਈ ਦੀ ਮਿਣਤੀ ਮਾਪ ਹੀ ਬਦਲ ਜਾਂਦੀ, ਅੱਜ ਕੁਝ ਆ ਤੇ ਕੱਲ ਕੁਝ। ਉਹਦੇ ਮਨ ਦੇ ਵਿੱਚ ਆਇਆ ਵੀ ਇਹਨੂੰ ਸਵਾਹ ਪਤਾ ਸਾਧ ਨੂੰ, ਮੇਰਾ ਪਿਓ ਵੀ ਲੱਕੜਾਂ ਵੱਢਦਾ ਰਿਹਾ, ਮੇਰਾ ਦਾਦਾ ਵੀ ਲੱਕੜਾਂ ਵੱਢਦਾ ਰਿਹਾ, ਮੇਰਾ ਪੜਦਾਦਾ ਵੀ ਲੱਕੜਾਂ ਵੱਢਦਾ ਰਿਹਾ, ਸਾਰੀ ਉਮਰ ਮੈਂ ਵੱਢਦਾ ਰਿਹਾ, ਮੈਨੂੰ ਤੇ ਚੰਦਨ ਲੱਭਾ ਨਹੀਂ, ਐਵੇਂ ਖਾਕ ਛਾਣਦਾ ਹੈ। ਮਨ ਦਾ ਸੁਭਾਅ ਹੈ। ਅੱਛਾ, ਫਿਰ ਮਨ ਬਦਲ ਗਿਆ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਫਿਰ ਬਦਲ ਗਿਆ ਉਸੇ ਵੇਲੇ। ਜਦੋਂ ਬਦਲ ਗਿਆ, ਮਨ ਦੇ ਵਿੱਚ ਇੱਕ ਖਿਆਲ ਆਇਆ ਵੀ ਹਰਜ ਵੀ ਕੀ ਆ, ਨੁਕਸਾਨ ਵੀ ਕੀ ਆ, ਫੇਰਾ ਹੀ ਆ। ਭੁੱਖ ਬੰਦੇ ਤੋਂ ਬੜਾ ਕੁਝ ਕਰਾਉਂਦੀ ਹੈ।
ਦੁੱਖ ਬੰਦੇ ਤੋਂ ਬੜਾ ਕੁਝ ਕਰਾਉਂਦਾ ਤੇ ਤੇਰੇ ਤੋਂ 2-4 ਕਿਲੋਮੀਟਰ ਗਾਂਹ ਨਹੀਂ ਜਾਇਆ ਜਾਂਦਾ। ਸਾਰੀ ਉਮਰ ਲੱਕੜਾਂ ਵੜਦਾ ਰਿਹਾ। ਜਦੋਂ ਉੱਥੇ ਗਿਆ ਤੇ ਆਉਂਦਿਆਂ ਹੀ ਸੰਤ ਦੇ ਚਰਨਾਂ ਵਿੱਚ ਸਿਰ ਰੱਖਤਾ। ਕਹਿੰਦਾ ਮਹਾਰਾਜ ਮਾਫ ਕਰਿਓ, ਮੈਂ ਤੇ ਬੜਾ ਮੂੜ ਬੰਦਾ, ਕੁਤਰਕੀ ਬੰਦਾ। ਮੈਂ ਸੋਚਦਾ ਸੀ ਵੀ ਮੇਰੇ ਤੋਂ ਵੱਧ ਦਰਖਤਾਂ ਨੂੰ ਕੌਣ ਜਾਣਦਾ ਬਾਬਾ, ਪਰ ਮੈਨੂੰ ਤੇ ਅਜੇ ਤੱਕ ਚੰਦਨ ਦਾ ਹੀ ਨਹੀਂ ਪਤਾ ਲੱਗਾ। ਤੇ ਜੇ ਮੈਨੂੰ ਪਤਾ ਵੀ ਹੁੰਦਾ ਤੇ ਮੈਨੂੰ ਕੀ ਪਤਾ ਸੀ ਵੀ ਇਹ ਚੰਦਨ ਆ, ਮੈਂ ਤੇ ਕੋਲੇ ਬਣਾ ਬਣਾ ਵੇਚਣੀ ਸੀ। ਇਸ ਕਰਕੇ ਸਾਡੇ ਦਾਦੇ ਪੜਦਾਦੇ ਨੂੰ ਵੀ ਨਹੀਂ ਪਤਾ ਲੱਗਾ ਹੈ। ਮੈਨੂੰ ਮਾਫ ਕਰਿਓ, ਮੈਂ ਸੰਦੇਹ 'ਚ ਸੀ, ਸ਼ੰਕੇ ਵਿੱਚ ਸੀ। ਮੈਂ ਸਮਝਦਾ ਸੀ ਵੀ ਤੈਨੂੰ ਕੀ ਪਤਾ, ਮੈਂ ਸਾਰੀ ਉਮਰ ਢਾਈ। ਸੰਤ ਹੱਸ ਪਏ, ਕਹਿਣ ਲੱਗੇ ਕੋਈ ਨਹੀਂ, ਜਦੋਂ ਜਾਗ ਖੁੱਲੀ ਉਦੋਂ ਹੀ ਸਵੇਰ ਆ। ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ। ਪਿਛਲੀ ਉਮਰ ਲੰਘ ਗਈ, ਫਿਰ ਕੀ ਹੋਇਆ? ਹੁਣ ਅੰਮ੍ਰਿਤ ਛਕ ਲਓ, ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ। ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੇ ਕੋਏ। ਕਰ ਸਾਈਂ ਸੋ ਪਿਰਹੜੀ, ਰੰਗ ਨਵੇਲਾ ਹੋਏ। ਕਾਲੀ ਜਦੋਂ ਸੀ, ਦਾੜੀ ਜਵਾਨੀ ਸੀ, ਉਹ ਨਗਾਤੀ। ਹੁਣ ਕੀ ਹੋਇਆ? ਹੁਣ ਬਾਣੀ ਪੜ੍ਹ ਲੈ, ਹੁਣ ਰੰਗ ਚੜ੍ਹੇਗਾ। ਧੰਨ ਗੁਰੂ ਅਮਰਦਾਸ ਸਾਹਿਬ ਨੂੰ 72 ਸਾਲ ਦੀ ਉਮਰ ਜਾ ਕੇ ਰੰਗ ਚੜ੍ਹਿਆ ਤੇ ਤੈਨੂੰ ਨਹੀਂ ਚੜ੍ਹ ਸਕਦਾ। ਹੁਣ ਕੀ ਹੋਇਆ? ਭਾਈ ਗੁਰਦਾਸ ਸਾਹਿਬ ਕਹਿੰਦੇ, ਜੈਸੇ ਨਾਓ ਬੂਟਤ ਸਹਿ ਜੋਈ, ਬਚੇ ਸੋਈ ਭਲੋ। ਬੇੜੀ ਡੁੱਬਣ ਲੱਗੀ, ਜਿਹੜਾ ਛਾਲ ਮਾਰ ਕੇ ਨਿਕਲ ਗਿਆ ਓਨਾ ਹੀ ਠੀਕ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ, ਜੈਸੇ ਘਰ ਲਾਗੇ ਆਗ, ਜੋਈ ਬਚੇ ਸੋਈ ਭਲੋ। ਘਰ ਨੂੰ ਅੱਗ ਲੱਗ ਗਈ, ਜਿੰਨਾ ਕਿ ਸਮਾਨ ਕੱਢ ਸਕਦਾ ਕੱਢ ਲਾ, ਇੰਨਾ ਹੀ ਬੜਾ, ਨਹੀਂ ਤੇ ਸੜਨਾ ਤੇ ਹੈ ਹੀ। ਬੁਢੇਪਾ ਆ ਗਿਆ, ਸਾਰੀ ਉਮਰ ਲੰਘ ਗਈ, ਹੁਣ ਅੰਮ੍ਰਿਤ ਛਕ ਲਾ, ਹੁਣ ਕੀ? ਹੁਣ ਕੋਈ ਫਰਕ ਨਹੀਂ ਪੈਂਦਾ। ਰਹੋ ਵਿਚਾਰ ਤਾਂ ਸੰਤ ਕਹਿੰਦੇ ਕੋਈ ਨਹੀਂ, ਜਦੋਂ ਜਾਗ ਖੁੱਲੀ ਉਦੋਂ ਹੀ ਸਵੇਰ ਹੈ। ਉਦੋਂ ਹੀ ਸਵੇਰ ਆ, ਪਤਾ ਨਹੀਂ ਕਦੋਂ ਖੁੱਲਣੀ ਜਾ ਕੇ ਕਿਸੇ। ਚਲੋ ਚੰਦਨ ਵੱਢਣ ਲੱਗਾ, 7-8 ਦਿਨ ਗੁਜ਼ਾਰਾ ਚੰਗਾ ਚੱਲਦਾ ਹੈ। ਸੰਤਾਂ ਦੇ ਮਨ ਦੇ ਵਿੱਚ ਆਈ ਵੀ ਇਹ ਬੰਦਾ ਕਿੱਦਾਂ ਦਾ ਵਾ। ਉਹਨਾਂ ਵੇਖਿਆ ਜਾਂਦਾ, ਹਫ਼ਤੇ ਬਾਅਦ ਆਉਂਦਾ। ਇੱਕ ਦਿਨ ਫੇਰ ਆਵਾਜ਼ ਮਾਰ ਲਈ, ਆ ਧਿਆਨ ਨਾਲ ਸੁਣਿਓ, ਧਿਆਨ ਦਿਓ ਸਾਰੇ। ਇੱਕ ਦਿਨ ਫੇਰ ਆਵਾਜ਼ ਮਾਰ ਲਈ ਤੇ ਕਹਿਣ ਲੱਗੇ, ਕਹਿੰਦੇ ਕੋਈ ਖਿਆਲ? ਕਹਿੰਦਾ ਨਾ ਮਹਾਰਾਜ, ਬੜੀ ਨੀਂਦ ਆਉਂਦੀ ਸੌਖੀ, ਰਜਵੀਂ ਰੋਟੀ ਖਾਂਦੇ ਆ। ਉਹ ਕਹਿੰਦੇ ਕੋਈ ਖਿਆਲ ਨਹੀਂ ਆਉਂਦਾ ਵੀ ਚੰਦਨ ਤੋਂ ਵੀ ਅੱਗੇ ਕੁਝ ਹੋ ਸਕਦਾ ਵਾ। ਇਹ ਆਪਣੀ ਮਾਨਸਿਕ ਹਾਲਤ ਆ ਲੋਕਾਂ ਦੀ। ਕੋਈ ਖਿਆਲ ਨਹੀਂ ਆਉਂਦਾ ਵੀ ਚੰਦਨ ਤੋਂ ਵੀ ਅੱਗੇ ਕੁਝ ਹੋ ਸਕਦਾ। ਉਹ ਕਹਿੰਦਾ ਬਾਬਾ ਵੀ ਇਹ ਤਾਂ ਮੇਰੇ ਵੱਸ ਦੀ ਗੱਲ ਨਹੀਂ, ਅਸੀਂ ਤਾਂ ਬਸ ਓਨਾ ਕੀ ਸੋਚਣ ਵਾਲੇ ਆ, ਬਸ ਆਲੇ ਦੁਆਲੇ ਟੱਬਰ ਦੇ ਵਿੱਚ ਇੰਨਾ ਕੀ। ਕਹਿੰਦਾ ਚੰਦਨ ਤੋਂ ਅੱਗੇ ਚਾਂਦੀ ਆ, ਉਹਦਾ ਨਹੀਂ ਖਿਆਲ ਆਇਆ ਕਦੀ। ਸੰਤ ਵੀ ਬੜਾ ਦਾਰਸ਼ਨਿਕ ਨਹੀਂ ਸੀ, ਫਿਲਾਸਫਰ ਸੰਤ ਸੀ। ਦਰਖਤ ਥੱਲੇ ਪਤਾ ਨਹੀਂ ਕਿੱਦਾਂ ਬਹਿ ਗਿਆ ਜਾ ਕੇ। ਉਹਨੂੰ ਤੇ ਕਥਾ ਕਰਨੀ ਚਾਹੀਦੀ ਸੀ, ਪਰ ਜਿਹੜੇ ਕਮਾਈ ਵਾਲੇ ਹੁੰਦੇ ਬੋਲਦੇ ਨਹੀਂ, ਤੇ ਜਿਹੜੇ ਜਿਨ੍ਹਾਂ ਦੀ ਕਮਾਈ ਨਹੀਂ ਹੁੰਦੀ ਇਹ ਸਪੀਕਰ ਭਾਵੇਂ ਚੌਕੇ ਆ ਲੈ ਜਾਣੇ, ਹਟਦੇ ਹੀ ਨਹੀਂ। ਇਹ ਕਹਿੰਦੇ ਮੈਂ ਹੀ ਬੋਲੀ ਜਾਵਾਂ। ਇਹ ਦੋ ਗੱਲਾਂ ਬੜੀਆਂ ਔਖੀਆਂ ਹੁੰਦੀਆਂ ਨੇ, ਕਮਾਈ ਵੀ ਹੋਵੇ ਤੇ ਬੋਲੇ ਵੀ। ਨਹੀਂ ਤੇ ਬੋਲਣਾ ਪਸੰਦ ਨਹੀਂ ਕਰਦੇ ਹਨ ਜਿਨ੍ਹਾਂ ਦੀ ਕਮਾਈ ਹੈ। ਉਹ ਕਹਿੰਦੇ ਕਥਨੀ ਨਾ ਕਰ, ਕਰਨੀ ਕਰਕੇ ਵਿਖਾ। ਦੁਨੀਆ ਨੂੰ ਕਰਨੀ ਕਰਕੇ ਵਿਖਾ, ਕਮਾਈ ਕਰਕੇ ਵਿਖਾ। ਐਸੇ ਸਤਿਪੁਰਖ ਬਹੁਤ ਘੱਟ ਹੋਣਗੇ ਜਿਨ੍ਹਾਂ ਦੀ ਕਥਨੀ ਵੀ ਹੋਊਗੀ ਤੇ ਕਰਨੀ ਵੀ ਹੋਊਗੀ। ਐਸੇ ਸਤਿਪੁਰਖ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ। ਪਹਿਲਾਂ ਕਮਾਈ ਕੀਤੀ, ਜਦੋਂ ਵੱਡੇ ਭਾਗ ਹਰਸਿਉਂ ਬਣ ਆਈ ਫਿਰ ਕੀਰਤਨ ਕੀਤਾ,
फिर कीर्तन करना अखां बंद करके, नेत्र बंद करके, ते लोग कहण भी एवें अखां क्यों बंद कीतियां, उत्ते काली ऐनक ला लैनी। आ कई मेरे अरगे ऊँ ही टौर ना लाई फिरदे आ। संत अखां बंद करके लाउंदे हुंदे सी कि कोई कवे ना भी क्यों अखां बंद कीतियां। जिन्ना चिर 2 घंटे बोलना अखां बंद करके बोलना, रब नाल जुड़ के बोलना। ऐसे सतपुरख महापुरख एक वो बचन करते सी, कहते साधु का पता लगता है जे कमाई करदियां शरीर छड्डे। बड़ी औखी गल है। उन्होंने चौंकड़े च ही शरीर छड्डिया, सिमरन करदियां ही शरीर छड्डिया, नितनेम करदियां ही शरीर। औखी गल है। वो संत महापुरख इदां दे सी, उन्हें आख्या अगे भी कुछ है। अपने चांदी है, चांदी की खान या पुट, ते 6 महीने सुख दे नाल रही। 6 महीनों बाद पुट लिया करी जिन्नी को पुटड़ी। चांदी की खान आ गई। हुण जदों चांदी की खान आ गई, संत एक दिन सोची पै गए भी ये किड्डा मूड़ माता, इनू अजे भी नहीं सुझदा भी चांदी तो भी कुछ अगे है। संतां लागे सद के आख्या, कहंदे भरावा तेनू कोई सुझदा सजदा नहीं है। कहंदा जी नहीं सुझदा की? कहंदे भरावा चांदी तो अगे सोना भी पिया वा। उन्हें गल नबेड़ी। कहंदे जदों सोना मिल गया ना, उन्हें कोठी काठी पा ली चंगी, ते टौर ना पिया करे बैड उत्ते। ते फिर पुछण बना आया संतान भी तू हैगा भी आ कि नहीं। एक दिन किते उन्होंने वज गया राह दे विच, उहदे मन च आया भी कोठी पै गई, जायदाद बन गई आ, हुण सुख दे नाल जिंदगी कटिए, हुण आपां की करना। उन्होंने लागे सद के कहंदे सज्जणा अजे भी चेता नहीं आउंदा भी सोने तो भी अगे है। वो कहंदा बाबा पहिलां भुखे मरदे सी, उदों भी नहीं सी चेता आउंदा, जदों बहुता पैसा आ जाए उदों ते उक्का ही चेता नहीं आउंदा। को सतनाम श्री वाहिगुरू माया धारी अत अन्ना बोला। आम बंदा थोड़ा अन्ना बोला होंदा, अत दा अन्ना बोला हो जाता, बहुता अन्ना बोला हो जाता। रहो विचार। वो कहंदा बाबा गल नवेड़। कहंदा मैं सोचदा वां कि तेनू अजे भी नहीं चेता आउंदा भी अगे भी कुछ है। कहंदा की आगे? कहंदा हीरे। फिर पानी आ गया मूँह च विचारे दे। वो कहंदा वो नहीं मिलने, हुण तेनू इत्थे ही रह तूं। उन्हें आख्या बाबा हीरियां तो अगे। वो कहंदा फिर हीरियां तो अगे संत। जिथे सारी दुनिया का पैसा मुकदा, उथे रब का नाम शुरू होंदा, उथे बंदगी शुरू होंदी है। कंचन स्यों नहीं पाइए तोल, मन दे राम लिया है मोल। इत्थे संत ईश्वर सिंह जी विराजदे, इत्थे महात्मा बहिंदा। वो कहंदा तेनू भुल जांदा, तेनू जाग नहीं आउंदी, तेनू सोझी नहीं आउंदी। इदां ही अपनी जिंदगी भी तुसीं देखोगे, जिन्हां कोले 4 पैसे आ, चंगी जायदाद, गुरु किरपा करे होर बने, पर उन्हां नूं तुसीं देखो रब दा चेता आउंदा ही नहीं पिया है, वाहिगुरू उन्हां नूं याद नहीं आउंदा पिया है। तां बाणी कहंदी जाग लेहो रे मना जाग लेहो, कहाँ गाफल सोया, जो तन उपजिया संग ही सो भी संग ना। गुरबाणी कहंदी बीत जय है, बीत जय है। धन गुरु तेग बहादुर साहब जन्म अकाज रे, हैरानी दी गल आ। निस दिन तू निस दिन सुन के पुराण, समझत नह रे अजान, काल तो पहुँचे वान, कहाँ जय है भाज रे। रात दिन कथा भी सुनी, तां भी मैनू समझ ना आई भी मौत मेरे सिर ते खड़ी, मौत मेरे लागे आ चुकी, मौत दे बिल्कुल करीब हो चुका।
मौत तो गल शुरू की सी, मौत मेरे सिर ते आण के खड़ी हो गई। तां वो संत कहन लगे कोई नहीं, मैं जगाउण ही आया, कोई नहीं मैं चेते ही कराउण आया वां। तां साधु काहदे वास्ते दुनिया दे विच आउंदे आ? तां धन गुरु अर्जन देव साहब तो पुछो, महाराज कहंदे धन 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 जन आया जिस प्रसाद सब जगत तराया, जन आवन का यह सवाओ जन कै संग, आप मुक्त मुक्त करे संसार, नानक तिस जन को सदा नमस्कार। महाराज कहंदे एक बारी नहीं, हमेशा ही सिर झुकदा साडा उन्हां। मेरे माधो जी सत संगत मिलै सो तरिया, मेरे माधो जी। खिंच के बोलो, खिंच के कोई भुल जो जिथे बैठे। मेरे माधो जी सत संगत मिलै सो तरिया, मेरे मां। ਤਾਂ महाराज जी सच्चे पातशाह ਤਾਂ संत ਕਹਿੰਦੇ ਵੀ कोई नहीं मैं जगाउण ही आया, मैनू पता नहीं जागदे। कई वारी कहना पैंदा, पहली वारी आख्या भरावा चंदन माड़ी जी अख खुली, फिर आख्या भरावा चांदी थोड़ी जी होर खुली, फिर आख्या भरा सोना हीरे मोती, ते फिर हौली जी कंन नूं फड़ के पता की कहण लगे। कहण लगे कदी तैनूं ये चेता नहीं आया भी जिन्ने तैनूं हीरियां दा दस्सिया, चांदी दा दस्सिया, सोने दा दस्सिया, वो दरख्त थले चौंकड़ा मार के बैठा, उहदे कोले किहड़ी चीज़ आ? आखो सतनाम श्री, वो दस किहड़ी चीज़ आ? वो जिहड़ा तैनूं दस्सण दिया। वेखो बापू साडा वो कहंदा जो मांगे ठाकुर अपने ते सोई सोई देवै, जो लेना तू लै, साचे साहिबा क्या नहीं करते, घर तां तेरे सब कुछ है, जो लेना लै, पर जेड़ा दिंदा पिया उन्हें कुछ भी नहीं रखिया, उहदे कोले किहड़ी चीज़ आ? उहदा नहीं कदी चेता आया। उन्हें हाथ जोड़ ले, कहंदा फिर की आ? कहंदा रब दा नाम, जिहदा मुल सारी दुनिया दी दौलत नहीं, वाहिगुरू दी बंदगी है, परमात्मा दा ध्यान है। हुण मैनू दसो जे इहदे च ताकत ना हुंदी ते धरू भगत राज भाग छड्ड के चौंकड़ा मारदा। जे इहदे च ताकत ना हुंदी तां भरथरी जी महाराज सारे हिंदुस्तान दे बादशाह राज भाग छड्ड के बंदगी करदे। जे इहदे विच ताकत ना हुंदी तां राजा गोपी चंद 16,000 विआह कराउण वाला सब कुछ छड्ड के जोगी हुंदा। धन गुरु अर्जन देव साहब नूं पुछो, वो कहंदे सारी दुनिया का भी पैसा इकट्ठा कर ला, और जे ये चीज़ पल्ले नहीं आ तो अंत नूं रोंदियां ही संसार दे विचों जाना पैंदा है, धाहां मार के जाना पैंदा है। तो महाराज जी कहंदे ने भी सगल सृष्टि को राजा दुखी है, सारी दुनिया का बादशाह भी दुखी है, और एक नाम जपण वाला हर का नाम जपत होए सुखी है। एडी वड्डी ताकत इस नाम की तसीर दे विच आ, इस नाम की बरकत विच। चार तरह के पुरुष होंदे, एक होंदे पामर, एक होंदे विषयी, एक होंदे जग्यासू, एक होंदे मुक्त ब्रह्म ज्ञानी। पामर किनू कहंदे आ? 1920 अंग्रेज़ां दा राज होया कि अमृतसर दे इलाके दे विच मजहबी सिखां दी गिणती बहुत ज़्यादा, दुआबे दे इलाके विच रवदासीए सिखां दी गिणती बहुत ज़्यादा,
ਅੱਜ ਉਹ ਸਰਕਾਰਾਂ ਨੇ ਸਾਡੇ ਨਾਲੋਂ ਤੋੜ ਦਿੱਤੇ ਆ। ਉਹ ਵੱਖਰੀ ਗੱਲ ਆ ਕਿ ਉਹ ਸਾਡੇ ਧੱਕੇ ਕਰਕੇ, ਕੁਝ ਸਾਡੀ ਬੇਇੱਜ਼ਤੀ ਕਰਕੇ ਤੇ ਕੁਝ ਗਰੀਬੀ ਕਰਕੇ, ਕੁਝ ਕਮਜ਼ੋਰੀਆਂ ਕਰਕੇ ਈਸਾਈ ਬਣੀ ਜਾਂਦੇ। ਉੱਥੇ ਇੱਕ ਦੀਵਾਨ ਲੱਗਦਾ ਸੀ, ਖਾਲਸਾ ਬਰਾਦਰੀ, ਮਜ਼੍ਹਬੀ ਸਿੱਖ ਦੀਵਾਨ ਲਾਉਂਦੇ ਸੀ ਤੇ ਅੰਮ੍ਰਿਤ ਛਕਦੇ ਸੀ। ਕੁਝ ਮਜ਼੍ਹਬੀ ਸਿੱਖਾਂ ਅੰਮ੍ਰਿਤ ਛਕਿਆ। ਵੈਸੇ ਮਜ਼੍ਹਬੀ ਕਹਿੰਦੇ ਮਜ਼ਹਬ ਕੱਟੜ ਸਭ ਤੋਂ ਵੱਧ ਜਿਹੜਾ ਸਿੱਖੀ 'ਚ ਪੱਕਾ ਵਾ, ਪਰ ਅੱਜ ਗੱਲ ਉਲਟ ਹੋ ਚੱਲੀ ਹੈ। ਉਹ ਦਰਬਾਰ ਸਾਹਿਬ ਕੜਾਹ ਪ੍ਰਸ਼ਾਦ ਲੈ ਕੇ ਆਏ ਤੇ ਜਿਹੜਾ ਪੁਜਾਰੀ ਸੀ ਨਾ, ਅਰਦਾਸੀਆ, ਉਹਨੇ ਆਖਿਆ ਇਹ ਗਰੀਬ ਜਾਤ ਦੇ, ਨੀਵੀਂ ਜਾਤ ਦੇ ਮੈਂ ਅਰਦਾਸ ਨਹੀਂ ਕਰਨੀ ਇਹਨਾਂ। ਵੇਖੋ ਗੁਰੂ ਦੇ ਘਰ 'ਚ ਵੀ ਹਨੇਰ ਆ ਪੁਜਾਰੀਆਂ ਕਰਕੇ। ਨਾਲ ਕੁਝ ਖਾਲਸਾ ਕਾਲਜ ਦੇ ਵਿਦਿਆਰਥੀ ਸੀ, ਪ੍ਰੋਫੈਸਰ ਸੀ। ਇੱਕ ਸਿੰਘ ਉੱਠਿਆ, ਵਿਦਿਆਰਥੀ ਉੱਠਿਆ, ਉਹਨੇ ਗਲ 'ਚ ਪੱਲਾ ਪਾਇਆ, ਕਹਿੰਦਾ ਨਹੀਂ ਕਰਨੀ ਨਾ ਕਰ, ਅਸੀਂ ਆਪੇ ਕਰ ਲਾਂਗੇ। ਇਹ ਸਿੱਖਾਂ 'ਚ ਤੇ ਸਭ ਕੁਝ ਸਿੱਖਾਂ ਨੂੰ ਦਿੱਤਾ ਵਾ। ਉਹਨੇ ਅਰਦਾਸ ਕੀਤੀ। ਇੰਨੇ ਚਿਰ ਨੂੰ ਪ੍ਰਬੰਧਕ ਸੱਜਣ ਵੀ ਕੁਝ ਆ ਗਏ ਜਿਹੜੇ ਸ਼੍ਰੋਮਣੀ ਕਮੇਟੀ ਬਣਾਉਣਾ ਚਾਹੁੰਦੇ ਸੀ। ਉਦੋਂ ਮੋਰਚੇ ਲੱਗਦੇ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਇਸ ਤਰ੍ਹਾਂ ਸਮਝਾਇਆ ਵੀ ਇੱਦਾਂ ਕਰੋ ਵੀ ਤੁਸੀਂ ਕੜਾਹ ਪ੍ਰਸ਼ਾਦ ਦੀ ਦੇਗ ਨਵੀਂ ਲੈ ਕੇ ਆਓ, ਪਹਿਲੀ ਦੀ ਤੇ ਚਲੋ ਤੁਸੀਂ ਅਰਦਾਸ ਜਿਹੜੀ ਕਰਨੀ ਆਪੇ ਕਰ ਲਈ ਹੈ। ਲੈ ਆਏ। ਜਦੋਂ ਲੈ ਕੇ ਆਏ ਤੇ ਅਰਦਾਸੀਏ ਪੁਜਾਰੀ ਨੂੰ ਆਖਿਆ ਗਿਆ ਵੀ ਤੂੰ ਅਰਦਾਸ ਕਰ ਗੁਰੂ ਗ੍ਰੰਥ ਸਾਹਿਬ ਅੱਗੇ, ਜੇ ਤੇ ਇਹ ਆ ਜਾਗਦੀ ਜੋਤ, ਬੇਨਤੀ ਕਰਾਂ ਕੱਲਾ ਗਿਆਨ ਦਾ ਜ਼ਰੀਆ ਨਹੀਂ। ਇਹ ਸਭ ਤੋਂ ਵੱਧ ਇਹ ਕਹਾਣੀ ਮਿਸ਼ਨਰੀ ਕਾਲਜ ਵਿੱਚ ਪੜ੍ਹਾਈ ਜਾਂਦੀ ਹੈ। ਜੇ ਤੇ ਇਹ ਆ ਜਾਗਦੀ ਜੋਤ, ਤਾਂ ਫਿਰ ਇਹ ਜਵਾਬ ਦੇਵੇਗਾ, ਜਿਹੜਾ ਹੁਕਮਨਾਮਾ ਆਊਗਾ ਉਹਦੇ ਮੁਤਾਬਕ ਫੈਸਲਾ ਹੋਊਗਾ। ਅਰਦਾਸ ਕੀਤੀ ਪੁਜਾਰੀ ਜੀ ਨੇ ਤੇ ਧੰਨ ਗੁਰੂ ਅਮਰਦਾਸ ਸਾਹਿਬ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹਨਾਂ ਵਾਕ ਦਿੱਤਾ, ਜੇ ਗੁਰੂ ਗ੍ਰੰਥ ਸਾਹਿਬ 'ਚ ਜੋਤ ਨਹੀਂ ਤੇ ਆਪਣੇ ਆਪ ਵਾਕ ਕਿੱਥੋਂ ਆ ਗਿਆ? ਪੁਜਾਰੀ ਤੇ ਕੱਢਣਾ ਨਹੀਂ ਸੀ ਚਾਹੁੰਦੇ। ਉਹਨਾਂ ਬਥੇਰਾ ਇੱਦਾਂ ਉੱਦਾਂ ਕੀਤਾ ਵੀ ਉੱਦਾਂ ਦਾ ਹੀ ਹੁਕਮਨਾਮਾ ਨਿਕਲੇ ਵੀ ਦਫਾ ਹੋ ਸਾਰੇ। ਇੱਕ ਤੇ ਇਹ ਵੀ ਬੜੀ ਵਾਦੀ ਨਾ, ਇਹ ਸਾਰਾ ਕਸੂਰ ਗ੍ਰੰਥੀਆਂ ਦਾ ਨਹੀਂ ਆ, ਤੁਹਾਡਾ ਹੀ ਹੈ। ਜਦੋਂ ਤੁਸੀਂ ਕਹਿੰਦੇ ਵੀ ਹੁਕਮਨਾਮਾ ਹੀ ਬਸ ਆ ਆਵੇ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਤੇ ਉਹ ਕਿੱਥੋਂ ਲਿਆਵੇ ਹਰ ਵਾਰੀ ਫੜ ਕੇ? ਬੰਦਾ ਭਾਵੇਂ ਸ਼ਰਾਬ ਪੀ ਕੇ ਵਿਚਾਰਾ ਮਰਿਆ ਹੋਵੇ ਤੇ ਗ੍ਰੰਥੀ ਉੱਤੇ ਐਨ ਬੰਦੂਕ ਤਾਣੀ ਹੁੰਦੀ ਆ ਵੀ ਹੁਕਮਨਾਮਾ ਏਡਾ ਚੜ੍ਹਦੀ ਕਲਾ ਦਾ ਹੋਣਾ ਚਾਹੀਦਾ ਜਿੱਦਾਂ ਬ੍ਰਹਮ ਗਿਆਨੀ ਮਰਿਆ ਹੋਵੇ। ਉਹ ਗ੍ਰੰਥੀ ਕਿਹੜਾ ਘਾਟਾ, ਉਹਨੇ ਡਿਊਟੀ ਕਟਾਉਣੀ ਆ, ਉਹਨੇ ਨਿਆਣੇ ਭੁੱਖੇ ਮਾਰਦੇ। ਉਹਨਾਂ ਵੀ ਮੌਲੀ ਦੇ ਧਾਗੇ ਲੈ ਕੇ ਵਿੱਚ ਦਿੱਤੇ ਹੁੰਦੇ ਵੀ ਚੰਗੇ ਚੰਗੇ ਕੱਢ ਛੱਡਦੇ 5-6। ਉਹ ਵੀ ਕੀ ਕਰਨ, ਕਿਹੜੇ ਬੰਨੇ ਜਾਣ? ਇਹਨਾਂ ਬਥੇਰਾ ਜ਼ੋਰ ਜ਼ਾਰ ਲਾਇਆ ਵੀ ਅਸੀਂ ਹੁਕਮਨਾਮਾ ਕੱਢਾਂਗੇ ਹੀ ਉੱਥੋਂ। ਪਰ ਰੱਬ ਨੇ ਇਹੋ ਜਿਹੇ ਉਹਦੇ ਹੱਥ ਹਿਲਾਏ ਹੁਕਮਨਾਮੇ ਲੈਣ ਵਾਲੇ ਦੇ। ਉੱਥੇ ਧੰਨ ਗੁਰੂ ਅਮਰਦਾਸ ਸਾਹਿਬ ਨੇ ਹੁਕਮ ਦਿੱਤਾ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ। ਵੇਖੋ ਗੁਰੂ ਅਮਰਦਾਸ ਸਾਹਿਬ, ਠੀਕ ਆ ਇਹ ਗਰੀਬ ਆ, ਮਾੜੇ ਆ, ਜਿਨ੍ਹਾਂ ਨੂੰ ਤੁਸੀਂ ਨੀਵੀਂ ਜਾਤ ਕਹਿੰਦੇ ਆ, ਗੁਰੂ ਅਮਰਦਾਸ ਸਾਹਿਬ ਕਹਿੰਦੇ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਹੁਣ ਤੁਸੀਂ ਮੰਨੋਗੇ ਵੀ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ, ਕੱਲਾ ਗਿਆਨ ਦਾ ਜ਼ਰੀਆ ਗੁਰੂ ਗ੍ਰੰਥ ਸਾਹਿਬ ਨਹੀਂ ਹੈ। ਜਿਹੜੇ ਅਸੀਂ ਗਲਤ ਅਰਥ ਕਰਦੇ ਹਾਂ, ਇਹ ਸਾਡੀ ਆਪਣੀ ਮਨ ਮਤ ਜਾਂ ਮੂੜ ਮਤ ਹੋ ਸਕਦੀ ਹੈ, ਹੁਜਤ ਹੋ ਸਕਦੀ, ਨਹੀਂ ਤੇ ਗੁਰਬਾਣੀ ਆਪਣੇ ਅਰਥ ਆਪ ਕਰਦੀ ਪਈ। ਇੱਕ ਗੱਲ ਕਹਿ ਕੇ ਸਮਾਪਤੀ ਕਰਾਂ। ਪਿੱਛੇ ਜੇ ਈਸਾਈ ਧਰਮ ਦਾ ਅਸੀਂ ਬਹੁਤ ਸਤਿਕਾਰ ਕਰਦੇ, ਹਜ਼ਰਤ ਈਸਾ ਮਸੀਹ ਬੜੇ ਪਿਆਰ ਵਾਲੇ ਅਵਤਾਰੀ ਪੁਰਸ਼ ਹੋਏ ਰੱਬ ਦੇ, ਪਰ ਇਹਨਾਂ ਦੇ ਜਿਹੜੇ ਪੁਜਾਰੀ ਆ ਨਾ ਅੱਗੇ ਪ੍ਰਚਾਰ ਵਾਲੇ, ਉਹ ਗੁਰਬਾਣੀ ਦੇ ਅਰਥ ਗਲਤ ਤੋੜ ਮਰੋੜ ਕੇ ਸਿੱਖਾਂ ਨੂੰ ਪਿੱਛੇ ਲਾ ਕੇ ਫਿਰ ਈਸਾਈ ਬਣਾਉਂਦੇ।
ਜਿਵੇਂ ਗੁਰਬਾਣੀ ਵਿੱਚ ਇੱਕ ਪੰਕਤੀ ਆਉਂਦੀ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ। ਇਹਦਾ ਅਰਥ ਤੇ ਇਹ ਆ ਕਿ ਰੱਬ ਨੇ ਨਾਮ ਦਾ, ਮੈਨੇ ਧੁਰਕੀ ਬਾਣੀ ਦਾ ਆਸਰਾ ਦਿੱਤਾ ਤੇ ਦੁੱਖ ਡੇਰੇ ਸਭ ਭੱਜ ਗਏ, ਦੁੱਖ ਖਤਮ ਹੋ ਗਏ ਜਿੰਨੇ ਬਾਣੀ ਦਾ ਆਸਰਾ ਲੈ ਲਿਆ। ਜਾਂ ਇਹਦਾ ਦੂਸਰਾ ਅਰਥ ਆ, ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਹੋਇਆ ਨਾ, ਗੁਰੂ ਕੀ ਵਡਾਲੀ ਛੇਵੇਂ ਪਾਤਸ਼ਾਹ ਦਾ, ਤਾਂ ਉਦੋਂ ਮਹਾਰਾਜ ਨੇ ਪ੍ਰਸੰਨਤਾ ਦੇ ਘਰ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਸੀ, ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ। ਨਾਲ ਇਹ ਵੀ ਕੁਝ ਸ਼ਬਦ ਪਰਮੇਸ਼ਰ ਦਿੱਤਾ ਬੰਨਾ, ਬੰਨਾ ਪੁੱਤ ਨੂੰ ਵੀ ਕਹਿੰਦੇ, ਬੰਨਾ ਆਸਰੇ ਨੂੰ ਵੀ ਕਹਿੰਦੇ। ਇਹਨਾਂ ਨੇ ਅਰਥ ਕੀਤਾ ਵੀ ਹਜ਼ਰਤ ਈਸਾ ਜੀ ਮਹਾਰਾਜ ਖੁਦਾ ਦੇ ਪੋਤਾ, ਜੀਸੂ ਖੁਦਾ ਦਾ ਪੋਤਾ, ਵੇਖ ਲਓ ਤੁਹਾਡੇ ਲਿਖਿਆ ਪਰਮੇਸ਼ਰ ਦਿੱਤਾ ਬੰਨਾ। ਦਸਵੇਂ ਪਾਤਸ਼ਾਹ ਦੀ ਇੱਕ ਚੌਪਈ ਆਉਂਦੀ ਆ, ਪੁੰਨ ਰਾਸ਼ਸ ਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ। ਈਸਾ ਸ਼ਬਦ, ਈਸਾ, ਉਹ ਕਹਿੰਦੇ ਦੇਖੋ ਇੱਥੇ ਈਸਾ ਸ਼ਬਦ ਹਜ਼ਰਤ ਈਸਾ ਮਸੀਹ ਵਾਸਤੇ। ਹੁਣ ਉਹਨਾਂ ਨੂੰ ਕਿਹੜਾ ਦੱਸੇ ਵੀ ਈਸਾ ਮੈਨੇ ਈਸ਼, ਈਸ਼ ਕਹਿ ਦਿੰਦੇ ਮਾਲਕ ਨੂੰ, ਈਸ਼ਵਰ ਨੂੰ। ਪੰਜਾਬੀ 'ਚ ਈਸਾ ਕਹਿ ਦਿੱਤਾ, ਉੱਦਾਂ ਈਸ਼ ਕਹਿਣਾ ਸੀ ਸੰਸਕ੍ਰਿਤ ਦੇ ਵਿੱਚ, ਈਸ਼ਵਰ, ਮਾਲਕ। ਇੱਦਾਂ ਹੋਰ ਵੀ ਜਿਹੜੇ ਕੁਝ ਇੱਦਾਂ ਦੇ ਨੇ, ਉਹ ਗਲਤ ਅਰਥ ਬਾਣੀ ਦੇ ਬਹੁਤ ਕਰਦੇ ਆ। ਉਹਨਾਂ ਦੀ ਗੱਲ ਛੱਡੋ, ਕੁਝ ਸੱਜਣ ਇੱਦਾਂ ਦੇ ਵੀ ਨੇ, ਜਿਵੇਂ ਰਹਿਰਾ ਸਾਹਿਬ ਆਪਣੇ ਆਨੰਦ ਸਾਹਿਬ ਦੇ ਵਿੱਚ ਆਉਂਦਾ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ। ਆਹ ਤੁਹਾਡਾ ਸਰਸੇ ਵਾਲਾ ਬਾਬਾ, ਇਹਨੂੰ ਵਿਚਾਰੇ ਨੂੰ ਭੁਲੇਖਾ ਪੈ ਗਿਆ, ਕਹਿੰਦਾ ਮੇਰਾ ਨਾਂ ਲਿਖਿਆ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਇਸ ਬਾਣੀ ਨੂੰ ਸੁਣ ਕੇ ਸੰਤ ਸੱਜਣ ਪ੍ਰਸੰਨ ਹੋਏ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਹੋਰ ਵੀ ਅਰਥ ਕਰ ਲੈਂਦੇ। ਇੱਕ ਜਗ੍ਹਾ ਮੈਂ ਦੇਖਿਆ, ਉਹਨਾਂ ਟਰੱਕ ਤੇ ਲਿਖਿਆ ਸੀ, ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਵੀ ਤਰੇ। ਮੈਂ ਆਖਿਆ ਵੀ ਇਹ ਪੰਕਤੀ ਤੇ ਸੁਖਮਣੀ ਸਾਹਿਬ ਦੀ, ਇਹ ਟਰੱਕ ਤੇ ਕੀ ਕਰਦੀ ਪਈ ਆ? ਉਹ ਜਾਂ ਵੇਖਿਆ, ਮੈਂ ਪਤਾ ਕੀਤਾ, ਉਹਨਾਂ ਦੇ ਸੰਤਾਂ ਦਾ ਨਾਂ ਸੀ ਸੰਤ ਕਿਰਪਾਲ ਸਿੰਘ ਜੀ ਮਹਾਰਾਜ। ਹੁਣ ਕੀ ਕਰੂਗਾ ਕੋਈ ਬੰਦਾ? ਚਲੋ ਇਹਨਾਂ ਦੀ ਗੱਲ ਛੱਡੋ, ਆ ਜਿਹੜੇ ਸਾਡੇ ਭਰਾ, ਇਹਨਾਂ ਨਵਾਂ ਹੀ ਅਰਥ ਕੱਢ ਮਾਰਿਆ। ਇੱਕ ਕੁਦਰਤ ਆ, ਕੁਦਰਤ ਸੱਚੀ ਆ, ਕੁਦਰਤ ਕਰਤਾ ਪੁਰਖਾ, ਕੁਦਰਤ ਨਿਰਭਉ ਆ, ਕੁਦਰਤ ਨਿਰਵੈਰ। ਇੱਦਾਂ ਹੀ ਨਾ ਇੱਕ ਗ੍ਰੰਥੀ ਦੀ ਘਰ ਵਾਲੀ ਨੂੰ ਭੁਲੇਖਾ ਪੈ ਗਿਆ। ਮੈਂ ਸਮਾਪਤੀ ਕਰਾਂ। ਉਹਦੇ ਘਰ ਵਾਲੇ ਦਾ ਨਾਂ ਸੀ ਗੁਰਮੁਖ ਸਿਉ। ਜਪਜੀ ਸਾਹਿਬ ਪੜ੍ਹਦੀ ਸੀ, ਸਵੇਰੇ ਸਵੇਰੇ ਘਰ ਵਾਲਾ ਕਿਤੇ ਢਿੱਲਾ ਹੋ ਗਿਆ। ਉਹ ਕਹਿੰਦਾ ਭਾਗਵਾਨੇ ਤੂੰ ਪੜ੍ਹ ਦੇ, ਕਿ ਆਪਾਂ ਗੁਰੂ ਘਰ ਰਹਿੰਦੇ ਹਾਂ, ਬਾਣੀ ਪੜ੍ਹਨੀ ਮਾੜੀ ਥੋੜ੍ਹੀ ਹੈ। ਉਹ ਪੜ੍ਹਦੀ ਪੜ੍ਹਦੀ ਹੁਣ ਪੁਰਾਣੀਆਂ ਬੀਬੀਆਂ ਨਾਲ ਘਰ ਵਾਲੇ ਦਾ ਰੱਬ ਜਿੰਨਾ ਮਾਣ ਕਰਦੀਆਂ ਸੀ, ਕਹਿੰਦੀਆਂ ਸੀ ਪਤੀ ਪਰਮੇਸ਼ਰ। ਅੱਜ ਕੱਲ੍ਹ ਤੇ ਤੁਹਾਨੂੰ ਪਤਾ ਸਾਰੀਆਂ ਵਾਲਾਂ ਨੂੰ ਆਉਂਦੀਆਂ। ਤਾਂ ਉਹ ਕਹਿੰਦੇ ਸੀ ਵੀ ਪਤੀ ਪਰਮੇਸ਼ਰ। ਕਰਤੂਤਾਂ ਤੇ ਆਪਣੀਆਂ ਹੀ ਆ, ਆਪਾਂ ਵੀ ਨਹੀਂ ਨਾ ਚੰਗੇ। ਸ਼ਰਾਬ ਪੀ ਕੇ ਜੇ ਪਤੀ ਪਰਮੇਸ਼ਰ ਆ ਤੇ ਘਸੋਨੀ ਖਾਣੇ ਫਿਰ। ਤਾਂ ਉਹ ਕਹਿੰਦੇ ਸੀ ਵੀ ਪਤੀ ਪਰਮੇਸ਼ਰ ਹੁੰਦਾ। ਇੱਦਾਂ ਦਾ ਸਿਧਾਂਤ ਸੀ। ਤੇ ਘਰ ਵਾਲੇ ਦਾ ਨਾਂ ਨਹੀਂ ਸੀ ਲੈਂਦੀਆਂ। ਅੱਜ ਕੱਲ੍ਹ ਜਦੋਂ ਆਵਾਜ਼ ਮਾਰਦੀਆਂ ਉਦੋਂ ਪਤਾ ਨਹੀਂ ਲੱਗਦਾ ਵੀ ਮੁੰਡੇ ਨੂੰ ਮਾਰਦੀਆਂ ਕਿ ਘਰ ਵਾਲੇ ਨੂੰ ਮਾਰਦੀਆਂ। ਜਦੋਂ ਨਾਂ ਲੈਂਦੀਆਂ ਭੁਲੇਖਾ ਪੈ ਜਾਂਦਾ ਕਈ ਵਾਰੀ। ਪੜ੍ਹਿਆ ਲਿਖਿਆ ਜ਼ਮਾਨਾ ਆ ਗਿਆ ਨਾ, ਦੁਨੀਆ ਮੰਗਲ ਗ੍ਰਹਿ ਤੇ ਜਾ ਰਹੀ ਹੈ। ਉਹਦੇ ਘਰ ਵਾਲੇ ਦਾ ਨਾਂ ਸੀ ਗੁਰਮੁਖਾ। ਜਿਹੜੇ ਗਲਤ ਅਰਥ ਕਰਦੇ ਨਾ ਕੁਦਰਤ ਵਾਲੇ, ਇਹਨਾਂ ਵਾਸਤੇ ਮੈਂ ਖਾਸ ਇੱਕ ਗੱਲ ਕਹਿ ਕੇ ਸਮਾਪਤੀ ਕਰਨ ਲੱਗਾ। ਉਹ ਪੜ੍ਹਦੀ ਪੜ੍ਹਦੀ ਜਿੱਥੇ ਆਉਂਦਾ ਨਾ, ਮਹਾਰਾਜ ਜੀ ਕਹਿੰਦੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ, ਉੱਥੇ ਚੋਪੀ ਹੋ ਗਈ। ਹੁਣ ਤੁਹਾਨੂੰ ਪਤਾ ਮਾਈਆਂ 'ਚ ਸ਼ਰਧਾ ਬੜੀ ਹੁੰਦੀ ਆ, ਬੰਦੇ ਤੇ ਪਹੁੰਚਦੇ ਨਹੀਂ। ਜਿੰਨੀ ਛੇਤੀ ਇਹ ਪਹੁੰਚ ਜਾਂਦੀਆਂ, ਗੁਰੂ ਘਰ ਕੰਮ ਵੀ ਕਰਦੀਆਂ ਸਾਰਾ, ਮੱਥਾ ਵੀ ਟੇਕ ਆਉਂਦੀਆਂ। ਹੈਰਾਨੀ ਦੀ ਗੱਲ। ਤੇ ਜੇ ਬੰਦਾ ਕੰਮ ਅਵਲ ਕਰਨਾ ਨਹੀਂ, ਜੇ ਕਰੇ ਤੇ ਆਉਂਦਾ ਹੀ ਡਿੱਗ ਪੈਂਦਾ ਵੀ ਮੈਂ ਤੇ ਮਰ ਗਿਆ, ਬਸ ਸੱਤਿਆ ਹੀ ਨਹੀਂ ਹੈਗੀ ਮੇਰੇ 'ਚ। ਉਹ ਨਾਲ ਦੀ ਨੇ ਇਸ਼ਾਰਾ ਕੀਤਾ ਵੀ ਕੀ ਗੱਲ ਹੋ ਗਈ ਹੈ?
ਉਹਨੇ ਹੌਲੀ ਜਿਹੀ ਇਸ਼ਾਰਾ ਕੀਤਾ ਵੀ ਉਹ ਜਿਹੜਾ ਕਮਰੇ 'ਚ ਪਿਆ ਉਹਦਾ ਨਾਂ ਆ ਗਿਆ ਹੀ ਵਿੱਚ, ਤੇ ਜੇ ਮੈਂ ਨਾਂ ਲਿਆ ਤੇ ਪਾਠ ਕਰਦੀ ਕਰਦੀ ਹੋਰ ਨਾ ਸਿਆਪਾ ਪੈ ਜੇ। ਆ ਜਿਹੜੇ ਅਰਥ ਕਰਦੇ ਨਾ ਸਾਡੇ ਈਸਾਈ ਭਰਾ, ਇਹ ਇਹਨਾਂ ਦੇ ਗੁਰਮੁਖ ਵਾਲੇ ਅਰਥ ਹੀ ਆ। ਉਹ ਫਿਰ ਨਾਲ ਦੀ ਬੜੀ ਪੜ੍ਹੀ ਲਿਖੀ ਸੀ, ਉਹਨੇ ਕਿਤੇ 12 ਕੀਤੀਆਂ ਹੋਣਗੀਆਂ ਭੁੱਲ ਭੁਲੇਖੇ ਵਿਚਾਰੀ ਨੇ। ਉਹ ਕਹਿੰਦੀ ਮੁੰਡੇ ਦਾ ਨਾਂ ਕੀ? ਕਹਿੰਦੀ ਸੋਨੂ। ਉਹ ਕਹਿੰਦੀ ਫਿਰ ਕਹਿ ਦੇ ਸੋਨੂ ਦਾ ਪਾਪਾ ਨਾ ਦੇਣ। ਹਾਲ ਇਹਨਾਂ ਲੋਕਾਂ ਨੂੰ, ਇਹਨਾਂ ਨੂੰ ਕਿਹੜਾ ਦੱਸੇ। ਉਹ ਗੁਰੂ ਕੇ ਪਿਆਰਿਓ, ਪੁੰਨ ਰਾਸ਼ਸ ਕਾ ਕਾਟਾ ਸੀਸਾ ਸ੍ਰੀ ਸਕੇਤ। ਇੱਥੇ ਉਸ ਅਕਾਲ ਪੁਰਖ ਦੀ ਗੱਲ ਕੀਤੀ ਹੈ ਜਦੋਂ ਹਜ਼ਰਤ ਈਸਾ ਸਾਹਿਬ ਵੀ ਦੁਨੀਆ 'ਚ ਨਹੀਂ ਸੀ ਆਏ, ਉਹ ਦੁਨੀਆ 'ਚ ਆਇਆ ਸੀ। ਇਹਨਾਂ ਨੂੰ ਕਿਹੜਾ ਦੱਸੇ ਵੀ ਇੱਥੇ ਪਰਮੇਸ਼ਰ ਦਿੱਤਾ ਬੰਨਾ, ਇੱਥੇ ਕਿਸੇ ਦੁਨਿਆਵੀ ਬੰਦੇ ਦੀ ਗੱਲ ਨਹੀਂ ਕੀਤੀ। ਇਹਦਾ ਅਖੀਰਲਾ ਬੰਦ ਪੜੋ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਏ। ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ। ਦਇਆਲ ਪੁਰਖ ਨੇ ਮਿਹਰ ਕਰਕੇ ਬਾਣੀ ਰੂਪ ਬੰਨਾ ਸਾਨੂੰ ਦੇ ਦਿੱਤਾ, ਤੇ ਜਿਨ੍ਹੇ ਬਾਣੀ ਦਾ ਆਸਰਾ ਲੈ ਲਿਆ ਉਹਦੇ ਦੁੱਖ ਰੋਗ ਸਾਰੇ ਕੱਟੇ ਗਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ ਜੀ। ਲੇਖੈ ਕਤੇ ਨਾ ਛੁਟੀਐ ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਅਤੀ ਸਤਿਕਾਰਯੋਗ ਸਨਮਾਨਯੋਗ ਬਜ਼ੁਰਗ ਮਹਾਂਪੁਰਖ, ਬਾਣੀ ਬਾਣੇ ਦੇ ਧਾਰਨੀ, ਸਤਿਗੁਰੂ ਦੀ ਜਿਨ੍ਹਾਂ 'ਤੇ ਬੜੀ ਰਹਿਮਤ ਹੈ, ਅਪਾਰ ਕਿਰਪਾ ਬਖਸ਼ਿਸ਼ ਹੈ। ਇਸ ਉਮਰ ਦੇ ਵਿੱਚ ਵੀ ਜਿੱਥੇ ਸਰੀਰ ਸਾਥ ਨਹੀਂ ਦਿੰਦਾ, ਉੱਥੇ ਵੀ ਆਪ ਕੁਰਸੀ ਉੱਤੇ ਚੌਂਕੜਾ ਮਾਰ ਕੇ ਬੈਠੇ ਨੇ ਕਿ ਜਿੰਨਾ ਚਿਰ ਸਮਾਗਮ ਨਹੀਂ ਹੁੰਦਾ ਇੱਥੇ ਹਾਜ਼ਰੀ ਭਰਨੀ ਹੈ। ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਸਾਧੂ ਸਿੰਘ ਜੀ, ਤਿੰਨਾਂ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ। ਜਥੇਦਾਰ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਸਾਰੀਆਂ ਸੰਗਤਾਂ ਇੱਕ ਵਾਰੀ ਕਿਰਪਾ ਕਰੋ, ਫਤਿਹ ਦਾ ਜਵਾਬ ਫਤਿਹ ਵਿੱਚ ਦਈਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।